ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਨੀਰ ਆ ਜਾਂ ਦਹੀਂ ਆ ਜਾਂ ਲੱਸੀ ਆ ਜਾਂ ਘਿਓ ਆ, ਇਹ ਜਿਹੜੀਆਂ ਆਈਟਮਾਂ ਇਹਨਾਂ ਦੇ ਵਿੱਚ ਜਿਹੜਾ ਨਕਲੀ ਦੁੱਧ ਵਾਲਾ ਕੈਮੀਕਲ ਤੋਂ ਸਭ ਤੋਂ ਵੱਧ ਇਹ ਚੀਜ਼ਾਂ ਤੇ ਅਕਸਰ ਕਿਹਾ ਜਾਂਦਾ ਕਿ ਦੁੱਧ ਦੀ ਪੈਦਾਵਾਰ ਇੰਨੀ ਹੈ ਨਹੀਂ ਜਿੰਨੀ ਲਾਗਤ ਹੈਗੀ ਆ, ਤਾਂ ਵਾਕਈ ਕੋਈ ਪਾੜਾ ਇੰਨਾ ਹੈ। ਅੰਕੜੇ ਦੇ ਮੁਤਲਕ ਲਾਉਣੇ ਤੇ 75,000 ਗਾਂ ਦੀ ਡੈਥ ਹੋਈ ਔਰ 1.25 ਲੱਖ ਗਾਂ ਜਿਹੜੀ ਆ ਉਹ ਪ੍ਰਭਾਵਿਤ ਹੋਈ। ਦੇਖੋ ਸਾਨੂੰ ਇੱਕ ਗੱਲ ਦਾ ਬੜਾ ਅਫਸੋਸ ਲੱਗਦਾ ਪਿਆ ਕਿ ਇੰਨੇ ਵੱਡੇ ਲੈਵਲ ਤੇ ਡੈਰੀ ਫਾਰਮ ਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਭਈ ਅੱਜ ਵੀ ਮਾਰਕੀਟ ਦੇ ਵਿੱਚ ਦੁੱਧ ਸਰਪਲਸ ਹੈ। ਗੱਲ ਮੰਨ ਕੇ ਦਿਲ ਚੋਂ ਤੁਰਨੀ ਚਾਹੀਦੀ ਕਿ ਮੇਰੇ ਕੱਪੜਿਆਂ ਨੂੰ ਗੂਹਾ ਲੱਗ ਗਿਆ ਜਾਂ ਮੇਰੇ ਕੱਪੜਿਆਂ ਨੂੰ ਕੱਲ ਨੂੰ ਗਾਂ ਸੂੰਦੀ ਬਲੱਡ ਲੱਗ ਗਿਆ। ਇਹ ਚੀਜ਼ ਦੀ ਜੇ ਗੈਰਤ ਮਨ ਦੇ ਵਿੱਚੋਂ ਮਰੀ ਆ ਤੇ ਫਿਰ ਇਸ ਧੰਦੇ ਨੂੰ ਕਰਨਾ ਚਾਹੀਦਾ। ਇਹ ਮਤਲਬ ਕਿ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਇਹ ਤਾਂ ਬੇਹੱਦ ਬੈਂਸਨ ਕੰਪਨੀ ਦੀਆਂ ਸਾਰੀਆਂ, ਹਾਂਜੀ ਦੋਨੇ ਮਸ਼ੀਨਾਂ ਬੈਂਸਨ ਦੀਆਂ ਲੱਗੀਆਂ ਹੋਈਆਂ। ਹਾਂਜੀ ਹਾਂਜੀ, ਇੱਕ ਪਰਲੀ ਸਾਈਡ ਤੇ ਇੱਕ ਇੱਧਰ ਲੱਗੀ ਹੋਈ ਆ। ਇਹ ਮਤਲਬ ਜੇ ਇੱਕ ਨੂੰ ਪ੍ਰੋਬਲਮ ਆ ਜਾਂਦੀ ਤਾਂ ਦੂਜੀ ਚਲਾ ਲਈਦੀ ਉਸੇ ਵੇਲੇ। ਇਹਦੇ ਨਾਲ ਨਾ ਤਾਂ ਦੇਖੋ ਥਣ ਖਰਾਬ ਹੁੰਦਾ, ਬਿਲਕੁਲ ਇਹ ਗਲਤ ਲੋਕਾਂ ਦੀ ਗਲਤ ਵਹਿਮ ਆ ਕਿ ਥਣ ਖਰਾਬ ਹੁੰਦੇ ਆ, ਨਾ ਚੱਡਾ ਇੱਕ ਸਾਈਡ ਨੂੰ ਜਾਂਦਾ ਔਰ ਨਾ ਹੀ ਅਸੀਂ ਪਾਣੀ ਯੂਜ਼ ਕਰਦੇ ਹਾਂ। ਕਿ ਦੇਖੋ ਦੂਸਰੀ ਗੱਲ ਆ ਕਿ ਕੋਈ ਵੀ ਜਿਹੜੀ ਸਾਹ ਵਾਲੀ ਚੀਜ਼ ਆ ਉਹਦੇ ਕੰਨਾਂ ਦੇ ਵਿੱਚ ਗੁਰਬਾਣੀ ਪੈਣੀ, ਤੇ ਮਹਾਰਾਜ ਨੇ ਸ਼ੁਰੂ ਤੋਂ ਲੈ ਕੇ ਸਾਨੂੰ ਦਿੱਤੀ ਆ। ਇੱਕ ਲੰਗਰ ਤੇ ਇੱਕ ਨਾਮ ਦੀ ਦੋ ਹੀ ਤਾਂ ਸਾਡੇ ਕੋਲ ਪ੍ਰਥਾ ਆਈਆਂ। ਤੀਜੀ ਭਾਈ ਕਨਈਆ ਜੀ ਦੀ ਮੱਲਮ ਆਈ ਆ, ਜਿਹਦੇ ਸਿਰ ਤੇ ਅਸੀਂ ਅੱਜ ਤੱਕ ਸਭ ਕੁਝ ਕੀਤਾ। ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜਾ ਕੰਮ ਕਰਦੇ ਹੋ? ਨਾਲ ਮੇਰਾ ਐਗਰੀਕਲਚਰ ਦਾ ਕੰਮ ਆ, ਮੇਰਾ ਗੰਨੇ ਦਾ ਕੰਮ ਆ। ਪੂਰਾ ਗੰਨਾ ਮੈਂ ਕਾਫੀ ਜ਼ਿਆਦਾ ਲਾਉਣਾ, ਤੇ ਉਸ ਤੋਂ ਬਾਅਦ ਝੋਨਾ ਆਲੂ ਦੀ ਖੇਤੀ ਮੇਰੀ ਕਾਫੀ ਜ਼ਿਆਦਾ ਆ। ਤਾਂ ਫਿਰ ਕਦੇ ਕਿਸਾਨਾਂ ਨੂੰ ਵਿੱਚ ਲੈ ਕੇ ਆਓ ਵੀ ਆਹ ਦੇਖੋ ਜੀ ਤੁਹਾਡਾ ਪ੍ਰਧਾਨ ਆਹ ਕੰਮ ਕਰ ਰਿਹਾ ਵੀ ਆਹ ਮਾਡਲ ਸਿੱਖੋ। ਆਮ ਤੌਰ ਤੇ ਨਹੀਂ, ਇਹੀ ਕਹਿੰਦਾ ਲਾਂਭਾ ਦਿੱਤਾ ਜਾਂਦਾ ਵੀ ਸੜਕਾਂ ਰੋਕ ਲੈਂਦੇ ਆ, ਧਰਨੇ ਲਾਉਣ ਤੱਕ ਹੀ ਕਿਸਾਨ ਸੀਮਤ ਆ। ਕਹਿੰਦਾ ਉਹ ਸਿਰ ਜੋੜ ਕੇ ਬੈਠੇ ਵੀ ਜਥੇਬੰਦੀਆਂ ਵਾਲੇ ਵੀ ਕਿਸਾਨਾਂ ਲਈ ਮਾਡਲ ਲਿਆਂਦਾ ਜਾਵੇ, ਕੋਈ 2 ਕਿੱਲਿਆਂ ਦੇ ਲਈ ਅੱਡ ਮਾਡਲ ਹੋਵੇ, 5 ਕਿੱਲਿਆਂ ਦੇ ਲਈ ਹੋਰ। ਕਦੇ ਕੋਈ ਇਹੋ ਜਿਹੀ ਚਰਚਾ ਚੱਲੀ ਹੈ ਕਿਸਾਨ ਜਥੇਬੰਦੀਆਂ 'ਚ? ਜਾਂ ਡੈਰੀ ਸਰਕਾਰ ਨੇ ਕੋਈ ਬਾਂਹ ਫੜੀ ਉਸ ਨਹੀਂ, ਸਰਕਾਰ ਨੇ ਬਿਲਕੁਲ ਕੋਈ ਬਾਂਹ ਨਹੀਂ ਫੜੀ। ਅੱਜ ਤੱਕ ਲਾਰੇ ਲਏ ਆ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਦੋਸਤੋ, ਇੱਕ ਸਮਾਂ ਸੀ ਜਦੋਂ ਲੋਕ ਕਿਹਾ ਕਰਦੇ ਸੀਗੇ ਕਿ ਜਿਸ ਨੇ ਦੁੱਧ ਵੇਚ ਦਿੱਤਾ ਉਸਨੇ ਪੁੱਤ ਵੇਚ ਦਿੱਤਾ, ਪਰ ਹੌਲੀ ਹੌਲੀ ਲੋਕਾਂ ਨੇ ਦੁੱਧ ਵੇਚਣਾ ਸ਼ੁਰੂ ਕੀਤਾ। ਪਰ ਅੱਜ ਬਿਲਕੁਲ ਉਸ ਦੇ ਉਲਟ ਸਮਾਂ ਆ ਚੁੱਕਿਆ ਕਿ ਲੋਕਾਂ ਨੇ ਪਸ਼ੂ ਵੀ ਵੇਚਣੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਡੈਰੀ ਫਾਰਮਿੰਗ ਦਾ ਧੰਦਾ ਜਿਹੜਾ ਉਸ ਤਰ੍ਹਾਂ ਫਾਇਦੇਮੰਦ ਨਹੀਂ ਰਿਹਾ। ਤਾਂ ਇਸ ਤਰ੍ਹਾਂ ਦਾ ਲੋਕਾਂ ਵੱਲੋਂ ਕਿਹਾ ਜਾਂਦਾ। ਤਾਂ ਅੱਜ ਇੱਕ ਸਫਲ ਕਿਸਾਨ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਦੇ ਵੱਲੋਂ ਇੱਕ ਡੈਰੀ ਫਾਰਮ ਚਲਾਇਆ ਜਾ ਰਿਹਾ। ਇਸ ਤੋਂ ਇਲਾਵਾ ਕਈ ਹੋਰ ਵੀ ਜਿਹੜੇ ਨਾਲ ਧੰਦੇ ਕੀਤੇ ਜਾ ਰਹੇ ਨੇ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੇ ਨਾਲ, ਜੋ ਕਿ ਕਿਸਾਨ ਆਗੂ ਨੇ। ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਆਖਿਰਕਾਰ ਕਿਸ ਤਰ੍ਹਾਂ ਡੈਰੀ ਫਾਰਮਿੰਗ ਦਾ ਧੰਦਾ ਲਾਹੇਵੰਦ ਬਣਾਇਆ ਜਾ ਸਕਦਾ, ਕਿਹੜੀਆਂ ਤਕਨੀਕਾਂ ਵਰਤੀਆਂ ਜਾ ਸਕਦੀਆਂ ਨੇ, ਜੋ ਨਕਲੀ ਦੁੱਧ ਆ ਉਸ ਤੋਂ ਕਿਵੇਂ ਬਚਿਆ ਜਾ ਸਕਦਾ, ਅਤੇ ਜੇਕਰ ਕਿਸੇ ਨੇ ਇਹ ਧੰਦਾ ਸ਼ੁਰੂ ਕਰਨਾ, ਸਬਸਿਡੀ ਲੈਣੀ ਆ ਤਾਂ ਉਹ ਕਿਵੇਂ ਲਈ ਜਾ ਸਕਦੀ ਆ। ਤਾਂ ਸਾਡੇ ਨਾਲ ਨੇ ਕਿਸਾਨ ਆਗੂ ਤੇ ਸਫਲ ਕਿਸਾਨ ਬਲਵਿੰਦਰ ਸਿੰਘ ਮੱਲੀ ਨੰਗਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੱਲੀ ਨੰਗਲ ਜੀ, ਪਹਿਲਾਂ ਤਾਂ ਡੈਰੀ ਫਾਰਮ ਬਾਰੇ ਦੱਸ ਦਿਓ ਥੋੜ੍ਹਾ ਜਿਹਾ। ਡੈਰੀ ਫਾਰਮ ਦਾ ਇਸ ਤਰ੍ਹਾਂ ਕਿ ਮੈਂ 2011 ਤੋਂ ਸ਼ੁਰੂ ਕੀਤਾ ਸੀ ਔਰ ਮੈਂ PDFA ਦਾ ਮੈਂਬਰ ਵੀ ਹਾਂ। PDFA ਦਾ ਸੀਮਨ ਵੀ ਯੂਜ਼ ਕਰਕੇ ਸਾਰਾ ਕੁਝ ਕਰਕੇ ਵਧੀਆ ਡੈਰੀ ਫਾਰਮ ਆਪਣਾ ਚਲਾਇਆ। ਲੇਕਿਨ ਮੈਂ ਜਿਹੜੀਆਂ 15 ਤੋਂ 20 ਗਾਈਆਂ ਜਿਹੜੀਆਂ ਦੁੱਧ ਵਾਲੀਆਂ ਉਹ ਰੱਖਦਾ। ਮੇਰਾ ਤਕਰੀਬਨ 2 ਤੋਂ 3 ਕੁਇੰਟਲ ਦੇ ਵਿੱਚ ਦੁੱਧ ਜਿਹੜਾ ਵੇਰਕਾ ਮਿਲਕ ਪਲਾਂਟ ਨੂੰ ਜਾਂਦਾ ਡੇਲੀ ਪੈ 'ਤੇ। ਦੇਖੋ ਗੱਲ ਇਸ ਤਰ੍ਹਾਂ ਕਿ ਇਹ ਜਿਹੜਾ ਧੰਦਾ ਆ ਨਾ, ਇਹ ਧੰਦਾ ਇਸ ਤਰ੍ਹਾਂ ਕਿ ਬੇਹੱਦ ਮਿਹਨਤ ਵਾਲਾ ਧੰਦਾ, ਜਿਹਦੇ ਵਿੱਚ ਬੰਦਾ ਚਾਹੇ ਉਹਨੇ ਆਪਣਾ ਕੰਮ ਰੱਖਿਆ ਚਾਹੇ ਉਹ ਆਪਿਆ, ਉਹ ਦਿਨ ਦੇ ਵਿੱਚ ਇੱਕ ਟਾਈਮ ਵੀ ਵਿਹਲਾ ਨਹੀਂ ਹੁੰਦਾ। ਪਰ ਲੇਕਿਨ ਜਦੋਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਆਪਾਂ ਨੂੰ ਮਿਹਨਤ ਦਾ ਮੁੱਲ ਜਿਹੜਾ ਆ ਉਹ ਬਾਜ਼ਾਰ ਦੇ ਵਿੱਚੋਂ ਨਹੀਂ ਮਿਲ ਰਿਹਾ, ਜਿਹੜਾ ਸਭ ਤੋਂ ਵੱਡੇ ਦੁੱਖ ਦੇ ਕਾਰਨ ਇਹ ਬਣਦਾ ਜਾ ਰਿਹਾ। ਦੇਖੋ
ਗੱਲ ਇਸ ਤਰ੍ਹਾਂ ਕਿ ਅੱਜ ਤੋਂ ਆਪਾਂ 20 ਸਾਲ ਪਿੱਛੇ ਨੂੰ ਨਿਗਾਹ ਮਾਰੀਏ ਨਾ, ਕਿ ਹਰ ਘਰ ਦੇ ਵਿੱਚ 10 ਤੋਂ 15 ਲਵੇਰੀਆਂ ਬਣੀਆਂ ਹੁੰਦੀਆਂ ਸੀ, ਔਰ ਹਰ ਘਰ ਦੇ ਵਿੱਚੋਂ ਦੁੱਧ ਤਕਰੀਬਨ ਡੈਰੀ 'ਚ ਜਾਂ ਦੋਜੀ ਘਰਾਂ 'ਚੋਂ ਚੁੱਕਦੇ ਸੀ। ਇੱਥੋਂ ਤੱਕ ਕਿ ਸਾਡੇ ਜਿਹੜੇ ਮਜ਼ਦੂਰ ਵੀਰ ਵੀ ਆ ਨਾ, ਉਹਨਾਂ ਦੀਆਂ 3 ਵਜੇ ਸਾਡੀਆਂ ਉਹ ਭੈਣਾਂ, ਸਾਡੀਆਂ ਉਹ ਮਾਤਾਵਾਂ 10-10 ਜਾਣੀਆਂ ਖੇਤਾਂ ਦੇ ਵਿੱਚੋਂ ਪੱਠੇ ਲੈਣ ਬੰਨ੍ਹ ਕੇ ਜਾਂਦੀਆਂ ਹੁੰਦੀਆਂ ਸੀ, ਔਰ ਇੱਕ ਦੂਜੀ ਨੂੰ ਉਹ ਬਾਜਾਂ ਮਾਰ ਕੇ ਜਾਂਦੀਆਂ ਸੀ, ਭਾਬੀ ਅਸੀਂ ਚੱਲੀਆਂ, ਤੂੰ ਵੀ ਆ ਜਾ, ਇਕੱਠੀਆਂ ਚੱਲਦੀਆਂ। ਲੋਕਾਂ ਦੇ ਵਿੱਚ ਇੰਨਾ ਮੋਹ ਪ੍ਰੇਮ ਪਿਆਰ, ਸੜਕਾਂ ਤੇ ਕਿੰਨਾ ਤੁਰਿਆ ਹਾਂ, ਮਤਲਬ ਉਹ ਚੀਜ਼ ਸੀ। ਅੱਜ ਉਹ ਚੀਜ਼ਾਂ ਜਿਹੜੀਆਂ ਨਾ, ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਚੀਜ਼ ਨੂੰ ਨਹੀਂ ਸਾਂਭਿਆ। ਅੱਜ ਉਹ ਚੀਜ਼ਾਂ ਸਾਡੇ ਪਿੰਡਾਂ ਵਿੱਚੋਂ ਅਲੋਪ ਹੋ ਗਈਆਂ। ਬਹੁਤ ਵੱਡੇ ਦੁੱਖ ਦੀ ਗੱਲ ਆ। ਬਿਲਕੁਲ, ਜਿਵੇਂ ਮੈਂ ਸ਼ੁਰੂ ਦੇ ਵਿੱਚ ਕਹਿ ਕੇ ਆਇਆ ਕਿ ਪਹਿਲਾਂ ਕਹਿੰਦੇ ਸੀਗੇ ਜਿਹਨੇ ਦੁੱਧ ਵੇਚਤਾ ਪੁੱਤ ਵੇਚਤਾ, ਪਰ ਚਲੋ ਲੋਕ ਦੁੱਧ ਵੇਚਣ ਲੱਗ ਗਏ, ਪਰ ਹੁਣ ਤਾਂ ਪਸ਼ੂ ਵੀ ਵੇਚਦੇ। ਪਸ਼ੂ ਵੀ ਵੇਚਦੇ। ਦੇਖੋ, ਇਹ ਦਿਨ ਹੁੰਦੇ ਸੀ ਸਰ ਕਿ ਆਮ ਘਰਾਂ ਦੇ ਵਿੱਚ ਮਰਦਵਾਨ ਘਿਓ ਦੇ ਭਰੇ ਹੁੰਦੇ ਸੀ, ਦੇਸੀ ਘਿਓ ਦੇ ਮਰਦਵਾਨ ਭਰੇ ਹੁੰਦੇ ਸੀ, ਬੰਦਿਆਂ ਦੇ ਜੁੱਸੇ ਹੁੰਦੇ ਸੀ, ਸਾਡੀਆਂ ਭੈਣਾਂ ਵੀ ਜੁੱਸੇ ਵਾਲੀਆਂ ਹੁੰਦੀਆਂ ਸੀ, ਸਾਰਾ ਕੁਝ, ਔਰ ਉਹ ਲੰਮੀਆਂ ਉਮਰਾਂ ਜੀਦੇ ਸੀ। ਅੱਜ ਸਾਡਾ ਜਿਹੜਾ ਮਤਲਬ ਕਿ ਜੋ ਸਿਸਟਮ ਆ ਗਿਆ, ਅੱਜ ਸਾਡਾ ਆਉਣ ਵਾਲੀ ਪੀੜ੍ਹੀ ਆ ਜਾਂ ਸਾਡੇ ਜਿਹੜੇ ਬੱਚੇ ਆ, ਉਹਨਾਂ ਲਈ ਖੁਰਾਕ ਬੇਹੱਦ ਮਾੜੀ ਹੋ ਗਈ। ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਸਾਡੀ ਆਉਣ ਵਾਲੇ ਮਤਲਬ ਕਿ ਪੀਰੀਅਡ ਲਈ, ਦੇਸ਼ ਲਈ ਆ, ਭਵਿੱਖ ਜਿਹਨੇ ਬਣਨਾ ਸੀ, ਉਹ ਚੀਜ਼ ਤੋਂ ਵੀ ਅਸੀਂ ਇੱਕ ਕਿਸਮ ਦੇ ਮਤਲਬ ਕਿ ਉਹਨਾਂ ਨੂੰ ਵੀ ਜ਼ਹਿਰ ਵੰਡਣ ਵਾਲੀ ਗੱਲ ਹੋ ਗਈ। ਕਿ ਦੇਖੋ ਇਸ ਵੇਲੇ ਜਿਹੜਾ ਦੁੱਧ ਦਾ ਰੇਟ ਆ ਨਾ, ਦੇਖੋ ਮੇਰੇ ਕੋਲ ਗਾਈਆਂ ਦਾ ਡੈਰੀ ਫਾਰਮ ਆ, 35 ਰੁਪਏ ਕਿਲੋ ਦੁੱਧ ਵੇਚ ਕੇ ਨਾ, ਵੇਰਕਾ ਮਿਲਕ ਪਲਾਂਟ ਨੂੰ ਮੇਰਾ ਸ਼ੁਰੂ ਤੋਂ ਦੁੱਧ ਜਾਂਦਾ। ਜੇ ਆਪਾਂ ਕਹੀਏ ਕਿ ਡੈਰੀ ਫਾਰਮ ਦੇ ਵਿੱਚੋਂ ਕੋਈ ਪ੍ਰੋਫਿਟ ਕਮਾ ਲੈਣਾ, ਤੇ ਮੈਨੂੰ ਲੱਗਦਾ ਵੀ ਨਹੀਂ, ਕੁਛ ਨਹੀਂ, ਪ੍ਰੋਫਿਟ ਨਹੀਂ ਕਮਾ ਸਕਦੇ। ਸਿਰਫ ਸਾਰਾ ਖਰਚਾ ਕੱਢ ਕੇ ਸ਼ਾਇਦ ਗੋਹਾ ਹੀ ਬਚੂਗਾ, ਜਾਂ ਉਹ ਬਚੂਗਾ ਜਿਹੜੇ ਤੁਸੀਂ 2, 4, 5 ਆਪਣੇ ਐਨੀਮਲ ਸੇਲ ਕਰ ਲੈ, ਕਿ ਤੁਹਾਡੇ ਕੋਲ ਬਰੀਡ ਵਧੀਆ ਆ, ਉਹਨਾਂ ਦੇ ਵਧੀਆ ਪੈਸੇ ਮਿਲ ਗਏ, ਉਹ ਚੀਜ਼ ਤੁਹਾਨੂੰ ਮਿਲੂਗੀ। ਅਦਰਵਾਈਜ਼ ਨਹੀਂ, ਕਿਉਂਕਿ ਇਹਦੇ ਮਗਰ ਜਿਹੜਾ ਨਾ ਨਕਲੀ ਦੁੱਧ ਬਣਦਾ, ਕੈਮੀਕਲ ਵਾਲਾ ਦੁੱਧ ਬਣ ਕੇ ਜਿਹੜਾ ਵਿਕ ਰਿਹਾ, ਔਰ ਦੁੱਧ ਤਾਂ ਉਹ ਕੁਛ ਸਿਸਟਮ ਦੇ ਵਿੱਚ ਘੱਟ ਆ। ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਨੀਰ ਆ ਜਾਂ ਦਹੀਂ ਆ ਜਾਂ ਲੱਸੀ ਆ ਜਾਂ ਘਿਓ ਆ, ਇਹ ਜਿਹੜੀਆਂ ਆਈਟਮਾਂ, ਇਹਨਾਂ ਦੇ ਵਿੱਚ ਜਿਹੜਾ ਨਕਲੀ ਦੁੱਧ ਵਾਲਾ ਕੈਮੀਕਲ ਤੋਂ ਸਭ ਤੋਂ ਵੱਧ ਇਹ ਚੀਜ਼ਾਂ ਤਿਆਰ ਕੀਤੀਆਂ। ਜੀ ਅਕਸਰ ਕਿਹਾ ਜਾਂਦਾ ਕਿ ਦੁੱਧ ਦੀ ਪੈਦਾਵਾਰ ਇੰਨੀ ਹੈ ਨਹੀਂ ਜਿੰਨੀ ਲਾਗਤ ਹੈਗੀ ਆ, ਤਾਂ ਵਾਕਈ ਕੋਈ ਪਾੜਾ ਇੰਨਾ ਹੈ? ਦੇਖੋ, ਗੱਲ ਇਸ ਤਰ੍ਹਾਂ ਸਰ, ਪਿਛਲੇ ਸਮੇਂ ਦੇ ਵਿੱਚ ਪਹਿਲਾਂ ਕਰੋਨਾ ਕਾਲ ਆਈ, ਮਨੁੱਖਤਾ ਲਈ ਬਹੁਤ ਵੱਡਾ ਇੱਕ ਭਿਆਨਕ ਟਾਈਮ ਆਇਆ। ਉਸ ਤੋਂ ਬਾਅਦ ਗਊ ਵੰਸ਼ ਦੇ ਉੱਤੇ ਐਡਾ ਭਿਆਨਕ ਟਾਈਮ ਆਇਆ ਕਿ ਲਿੰਪੀ ਸਕਿਨ ਡਿਸੀਜ਼ਸ ਨਾਂ ਦੀ ਇੱਕ ਬਿਮਾਰੀ ਆਈ, ਜਿਹਨੇ ਇੰਨਾ ਡੈਰੀ ਫਾਰਮਾਂ ਨਾਲ ਕਚੂਮਰ ਕੱਢ ਸਿੱਟਿਆ। ਵੱਡੇ ਵੱਡੇ ਡੈਰੀ ਫਾਰਮਰ ਜਿਹੜੇ ਉਹਦੇ ਵਿੱਚ ਖਤਮ ਹੋ ਗਏ। ਠੀਕ ਹੈ, ਦੇਖੋ, ਖਤਮ ਹੋਣ ਦੇ ਬਾਵਜੂਦ ਸਰਕਾਰੀ ਅੰਕੜੇ ਦੇ ਮੁਤਲਕ ਲਾਉਣੇ ਤੇ 75,000 ਗਾਂ ਦੀ ਡੈਥ ਹੋਈ ਹੈ, ਔਰ 1.25 ਲੱਖ ਗਾਂ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ। ਦੇਖੋ, ਸਾਨੂੰ ਇੱਕ ਗੱਲ ਦਾ ਬੜਾ ਅਫਸੋਸ ਲੱਗਦਾ ਪਿਆ ਕਿ ਇੰਨੇ ਵੱਡੇ ਲੈਵਲ ਤੇ ਡੈਰੀ ਫਾਰਮ ਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਭਈ ਅੱਜ ਵੀ ਮਾਰਕੀਟ ਦੇ ਵਿੱਚ ਦੁੱਧ ਸਰਪਲਸ ਹੈ। ਦੇਖੋ, ਇਹ ਕਿਸੇ ਤਾਂ ਗੱਲ ਖੜੀ ਕਰਦਾ ਨਾ, ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਕਿ ਲਾਗਤ ਦੁੱਗਣੀ ਚੌਗਣੀ ਹੋ ਜਾਂਦੀ ਆ। ਦੇਖੋ, ਕੁਛ ਅੱਜ ਤੋਂ 20 ਸਾਲ ਪਹਿਲਾਂ ਚਲ ਜਾਈਏ ਤਾਂ ਇਹੋ ਜਿਹਾ ਸਿਸਟਮ ਹੁੰਦਾ ਸੀ ਕਿ ਕਿਸੇ ਹਲਵਾਈ ਨੂੰ ਆਪਾਂ ਕਹਿਣ ਜਾਈਏ ਨਾ ਕਿ ਸਾਨੂੰ ਇੰਨਾ ਪਨੀਰ ਚਾਹੀਦਾ ਜਾਂ ਦੁੱਧ ਚਾਹੀਦਾ, ਉਹ ਕਹਿੰਦਾ ਸੀ ਅੱਜ ਲਿਖਦੇ 10 ਦਿਨ ਨੂੰ ਮਿਲੂ। ਤੇ ਬਰਫੀ ਤੇ ਗਰਮੀਆਂ ਦੇ ਵਿੱਚ ਬੈਨ ਹੁੰਦਾ ਸੀ। ਤੇ ਅੱਜ ਸਵੇਰ ਨੂੰ ਕਿਸੇ ਵੀ ਪਨੀਰ ਵਾਲੇ ਨੂੰ, ਕਿਸੇ ਹਲਵਾਈ ਨੂੰ ਕਹਿ ਦੋ ਕਿ ਸਾਨੂੰ ਇੰਨਾ ਪਨੀਰ ਚਾਹੀਦਾ, ਅੱਜ ਸਾਡੇ ਕੋਲ ਦੁੱਧ ਹੈ ਨਹੀਂ। ਗਊ ਵੰਸ਼ ਦਾ ਬੇਹਿਸਾਬ ਨੁਕਸਾਨ ਹੋ ਗਿਆ। ਅਸੀਂ ਦੇਖੋ ਗਊ ਸੈਸ ਵੀ ਦਿੰਦੇ, ਸਭ ਕੁਝ ਕਰਦੇ ਹਾਂ, ਪਰ ਅੱਜ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਜਿਹੜੀਆਂ ਸਾਡੀਆਂ ਗਊ ਦੇ ਸੰਬੰਧ ਵਿੱਚ ਸੰਸਥਾਵਾਂ ਬਣੀਆਂ ਆ, ਇਸ ਭਿਆਨਕ ਬਿਮਾਰੀ ਦੇ ਵਿੱਚ ਉਹ ਵੀ ਸਾਹਮਣੇ ਨਹੀਂ ਆਈਆਂ। ਇਹ ਵੀ ਗੱਲ ਅਸੀਂ ਕਹਿੰਦੇ ਆ, ਉਹਨਾਂ ਅੱਗੇ ਵੀ ਬੇਨਤੀ ਕਰਦੇ ਆ ਕਿ ਦੇਖੋ, ਜੇ ਤੁਸੀਂ ਐਡਾ ਵੱਡਾ ਮਤਲਬ ਕਿ ਇਹ ਉਹਨਾਂ ਨੂੰ ਸਾਂਭਣ ਦਾ ਪਰਉਪਕਾਰ ਕਰਦੇ ਆ, ਤਾਂ ਜੇ ਇੱਕ ਔਖੀ ਘੜੀ ਆਈ ਸੀ ਤਾਂ ਤੁਹਾਨੂੰ ਵੀ ਘੱਟੋ ਘੱਟ ਫਾਰਮਰਾਂ ਦੀ ਜਾਂ ਡੈਰੀ ਉਤਪਾਦਕਾਂ, ਨਹੀਂ, ਸਰਕਾਰ ਨੇ ਬਿਲਕੁਲ ਕੋਈ ਬਾਂਹ ਨਹੀਂ ਫੜੀ। ਅੱਜ ਤੱਕ ਲਾਰੇ ਲਏ ਆ। ਮੇਰੀ ਆਮ ਤੌਰ ਤੇ ਡੀਸੀ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ, ਡਿਪਟੀ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ। ਉਹ ਇਹ ਗੱਲ ਕਹਿੰਦੇ ਰਹੇ ਕਿ ਜਿੰਨੀਆਂ ਵੀ ਗਾਈਆਂ ਦੀ ਡੈਥ ਕੇਸਿਸ ਹੋਊਗੀ, ਉਹਦੀ ਅਸੀਂ ਬਕਾਇਦਾ ਪੋਸਟਮਾਰਟਮ ਕਰਾਵਾਂਗੇ, ਔਰ ਵੀਡੀਓ ਸਾਹਿਬਾਨਾਂ ਨੂੰ ਕਹਿ ਦਿੱਤਾ ਕਿ ਅਸੀਂ ਉਹ ਗਾਈਆਂ JCB ਨਾਲ ਪੱਟ ਕੇ ਟੋਏ ਦੱਬਣਗੇ। ਨਾ ਤੇ ਇੱਕ ਵੀ ਗਾਂ ਕਿਸੇ ਵੀਡੀਓ ਸਾਹਿਬਾਨ ਨੇ ਦੱਬੀ, ਨਾ ਇੱਥੋਂ ਤੱਕ ਕਿ ਡੈਥ ਕੇਸ ਹੋਏ ਤੇ ਤਾਂ ਕੀ, ਜੇ ਕਿਸੇ ਗਾਂ ਨੂੰ ਪ੍ਰੋਬਲਮ ਹੋਈ ਤੇ ਵੀ ਅਸੀਂ ਡਾਕਟਰਾਂ ਨੂੰ ਫੋਨ ਕਰਦੇ ਸੀ, ਕੋਈ ਡਾਕਟਰ ਆਇਆ ਨਹੀਂ। ਬਿਲਕੁਲ ਡੈਰੀ ਫਾਰਮਰਾਂ ਨੇ ਇੱਕ ਦੂਜੇ ਨੂੰ ਪੁੱਛ ਕੇ ਟੀਕੇ ਲਾ ਕੇ ਇਸ ਜਿਹੜਾ ਉਹ ਟਾਈਮ ਪੀਰੀਅਡ ਸੀ ਇਹਨੂੰ ਨਿਭਾਇਆ।
ਔਰ ਬੇਹੱਦ ਦੁੱਖ ਦਾ, ਕਿਉਂਕਿ ਆਮ ਹੀ ਡੈਰੀ ਫਾਰਮਾਂ ਦੇ ਉੱਤੇ 5-5 7-7 ਐਨੀਮਲਾਂ ਦੀ ਡੈਥ ਹੋਈ। ਮੇਰੇ ਖੁਦ ਡੈਰੀ ਫਾਰਮ ਤੇ 3 ਗਾਈਆਂ ਦੀ ਡੈਥ ਹੋਈ ਆ। ਦੇਖੋ ਉਹਦੇ ਵਿੱਚ ਇਹ ਸੀਗਾ ਕਿ ਬਿਮਾਰੀ ਜਦੋਂ ਲੋੜ ਤੋਂ ਵੱਧ, ਜਿੱਦਾਂ ਕਰੋਨਾ ਲੋੜ ਤੋਂ ਵੱਧ ਹੋ ਜਾਂਦਾ ਸੀ, ਉਸ ਪਸ਼ੂ ਨੂੰ ਬਚਾਉਣਾ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਸੀ। ਦੇਖੋ ਦੂਜੀ ਗੱਲ ਇਹ ਆ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਸੰਕਟ ਆਇਆ ਦੁੱਧ ਦੇ ਸੰਬੰਧ ਵਿੱਚ, ਪਰ ਅਸੀਂ ਬੜੇ ਇਸ ਗੱਲ ਦੇ ਅਜੀਬੋ ਗਰੀਬ ਆ। ਅਸੀਂ MLA ਸਾਹਿਬਾਨਾਂ ਨੂੰ ਵੀ ਮਿਲੇ, DC ਸਾਹਿਬ ਨੂੰ ਤਾਂ ਮਿਲਣਾ ਹੀ ਸੀ, ਕੈਬਨਿਟ ਮੰਤਰੀਆਂ ਤੱਕ ਮਿਲੇ ਕਿ ਦੱਸੋ ਜਿਹੜਾ ਨਕਲੀ ਦੁੱਧ ਆ ਇਹਦੇ ਉੱਤੇ ਕਿਉਂ ਨਹੀਂ ਸ਼ਿਕੰਜਾ ਕੱਸਿਆ। ਬਿਲਕੁਲ ਦੁੱਧ ਹੈ ਨਹੀਂ ਪਰ ਪਨੀਰ ਜ਼ਰੂਰ ਹੈ। ਪਨੀਰ ਲੋੜ ਤੋਂ ਵੱਧ ਆ ਜੀ, ਘਿਓ ਲੋੜ ਤੋਂ ਵੱਧ ਆ ਜੀ, ਖੋਆ ਜਿੰਨਾ ਮਰਜ਼ੀ ਲੈ ਲਓ, ਭਾਵੇਂ ਤੁਸੀਂ 1 ਟਨ ਖੋਆ। ਕੋਈ ਪੈਰਾਮੀਟਰ ਹੈ ਕੋਈ, ਜਿਵੇਂ ਆਮ ਲੋਕ ਚਾਹੇ ਕੋਈ ਸ਼ਹਿਰ ਦਾ ਚਾਹੇ ਕੋਈ ਪਿੰਡ ਦਾ ਦੇਖ ਰਿਹਾ ਗਿਆ ਤਾਂ ਹਰ ਇੱਕ ਜਦੋਂ ਕੋਈ ਬੇਸ਼ੱਕ ਉਹਨੇ ਦੁੱਧ ਲਵਾ ਲਿਆ ਕਿਸੇ ਦੁੱਧ ਤੋਂ, ਪਰ ਮਨ ਦੇ ਵਿੱਚ ਇਹੀ ਰਹਿੰਦਾ ਵੀ ਪਤਾ ਨਹੀਂ ਦੁੱਧ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ। ਕੋਈ ਪੈਰਾਮੀਟਰ ਹੈ ਜੇਕਰ ਆਮ ਬੰਦੇ ਨੇ ਵੀ ਚੈੱਕ ਕਰਨਾ, ਕੋਈ ਇਸ ਦੇ ਲਈ ਲੈਬੋਰੇਟਰੀ ਵਗੈਰਾ ਬਣੀ ਹੈ? ਦੇਖੋ ਲੈਬੋਰੇਟਰੀ ਦੀ ਗੱਲ ਆਪਾਂ ਕਰਦੇ ਆ ਕਿ ਦੇਖੋ ਜੇ ਨਕਲੀ ਦੁੱਧ ਆ ਨਾ, ਉਹਨੂੰ ਰੋਕਣ ਵਾਸਤੇ ਦੇਖੋ ਸਾਡੇ ਜਿੰਨੇ ਵੀ SMO ਸਾਹਿਬਾਨ ਆ ਅਲੱਗ-ਅਲੱਗ ਜ਼ਿਲ੍ਹਿਆਂ ਦੀ, DHO ਸਾਹਿਬਾਨਾਂ ਦੀਆਂ ਡਿਊਟੀਆਂ ਲੱਗੀਆਂ ਆ, ਉਹ ਸੈਂਪਲ ਭਰਦੇ ਆ, ਸਾਡੇ ਸਤਿਕਾਰਯੋਗ ਨੇ, ਠੀਕ ਹੈ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ, ਉਹ ਭਰਦੇ ਨੇ ਸੈਂਪਲ। ਪਰ ਵੱਡੀ ਦੁੱਖ ਦੀ ਗੱਲ ਇਹ ਹੁੰਦੀ ਆ ਕਿ ਸੈਂਪਲ ਇੱਕੋ ਇੱਕ ਲੈਬ ਆ ਮੋਹਾਲੀ ਦੇ ਵਿੱਚ ਜਿੱਥੇ ਉਹ ਸੈਂਪਲ ਜਾਂਦੇ ਆ। ਦੇਖੋ ਸਰਕਾਰ ਆਈ, ਸਰਕਾਰ ਅੱਗੇ ਬੇਨਤੀ ਕੀਤੀ, ਸਰਕਾਰ ਨੇ ਇੱਕ ਕੰਮ ਕਰਤੀ ਕਿ ਕ੍ਰਾਸ ਚੈਕਿੰਗ ਕਰਾਤੀ ਕਿ ਹੁਸ਼ਿਆਰਪੁਰ ਤੋਂ DHO ਸਾਹਿਬਾਨਾਂ ਨੇ ਜਲੰਧਰ ਛਾਪੇ ਮਾਰੇ, ਜਲੰਧਰ ਵਾਲਿਆਂ ਨੇ ਅੱਗੇ ਮਾਰੇ, ਕਪੂਰਥਲੇ ਜਾ ਕੇ ਇੱਦਾਂ ਗਾਂਹ ਤੋਂ ਗਾਂਹ ਕ੍ਰਾਸ ਕਰਾਤੀ, ਸੈਂਪਲ ਬੜੇ ਭਰੇ ਗਏ, ਪਰ ਉਹਨਾਂ ਦਾ ਰਿਜ਼ਲਟ ਜਿਹੜਾ ਉਹ 0 ਆਇਆ। 0 ਕਿਉਂ ਆਇਆ? 0 ਇਸੇ ਕਰਕੇ ਆਇਆ ਕਿ ਲੈਬ ਇੱਕੋ ਹੀ ਆ, ਉੱਥੇ ਉਹਨਾਂ ਦੀਆਂ ਪਹਿਲਾਂ ਹੀ ਸੈਟਲਮੈਂਟਾਂ ਚੱਲਦੀਆਂ ਪਈਆਂ। ਸਰਕਾਰ ਅੱਗੇ ਅਸੀਂ ਪਰਜੋਰ ਅਪੀਲ ਕਰਦੇ ਹਾਂ ਇਸ ਗੱਲ ਦੀ ਕਿ ਦੇਖੋ ਜਿਹੜੀ ਲੈਬ ਇੱਕ ਨਾ ਰੱਖੋ, ਲੈਬ ਘੱਟੋ ਘੱਟ ਸਰਕਾਰੀ ਜਿਹੜੀਆਂ ਉਹ 3 ਤੋਂ 4 ਲੈਬਾਂ ਸਰਕਾਰੀ ਬਣਾਓ, ਪਲੱਸ ਪ੍ਰਾਈਵੇਟ ਜਿਹੜੀਆਂ ਸਾਡੀਆਂ ਲੈਬਾਂ ਚੱਲਦੀਆਂ ਉਹਨਾਂ ਨੂੰ ਮਾਨਤਾ ਪ੍ਰਾਪਤ ਦਿੱਤੀ ਜਾਵੇ, ਤਦ ਕਿ ਉਸ ਬੰਦਿਆਂ ਨੂੰ ਪਤਾ ਨਾ ਹੋਵੇ ਕਿ ਕਿਹੜੀ ਲੈਬ ਵਿੱਚ ਸੈਂਪਲ ਗਿਆ। ਜਿੰਨੀ ਦੇਰ ਤੱਕ ਸੈਂਪਲ ਫੇਲ ਨਹੀਂ ਹੋਊਗਾ ਇਹ ਦੁੱਧ ਦੇ ਧੰਦੇ ਦਾ ਉਨੀ ਦੇਰ ਤੱਕ ਕੁਝ ਨਹੀਂ ਹੋਣਾ, ਕੋਈ ਹੱਲ ਨਹੀਂ ਹੋਣਾ। ਲੇਕਿਨ ਨਾ ਕੀਤਾ ਤੇ WHO ਵੀ ਕਹਿ ਰਿਹਾ ਔਰ ਅਸੀਂ ਵੀ ਕਹਿ ਰਹੇ ਹਾਂ ਕਿ ਆਮ ਹੀ ਜਨਤਾ ਦੀ ਸਿਹਤ ਦੇ ਨਾਲ ਬਹੁਤ ਵੱਡੇ ਲੈਵਲ ਦਾ ਖਿਲਵਾੜ ਹੋ ਰਿਹਾ। ਤੁਸੀਂ ਸਵੇਰ ਨੂੰ ਸੁੱਤੇ ਉੱਠਦੇ ਹੀ ਕੈਮੀਕਲ ਪੀਣਾ ਸ਼ੁਰੂ ਕਰ ਦਿੰਦੇ ਹੋ ਕਿ ਅੱਜ ਦੇਖੋ ਕਿ ਅੱਜ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ 25 30 35 40 ਸਾਲ ਨੂੰ ਤਾਂ ਨਾਰਮਲ ਹੋ ਗਿਆ ਕਿ ਹਾਰਟ ਅਟੈਕ ਹੋਣਾ, 25 30 24 25 ਸਾਲ ਦੇ ਬੱਚਿਆਂ ਨੂੰ ਵੀ ਹਾਰਟ ਅਟੈਕ ਹੋ ਰਿਹਾ ਹੈ। ਇਹ ਗੱਲਾਂ ਜਿਹੜੀਆਂ ਇਹਨਾਂ ਤੇ ਵਿਚਾਰ ਕਰਨ ਦੀ ਲੋੜ ਆ, ਸੋਚਣ ਦੀ ਲੋੜ ਆ, ਸਰਕਾਰ ਤੇ ਲੋਕਾਂ ਨੂੰ ਆਮ ਨੂੰ ਅਵੇਅਰਨੈਸ ਹੋਣ ਦੀ ਲੋੜ ਆ ਕਿ ਦੇਖੋ ਜੇ ਆਪਾਂ ਇਹ ਕੈਮੀਕਲ ਤੋਂ ਕਿਸੇ ਵੀ ਤਰ੍ਹਾਂ ਨਾ ਪਾਸਾ ਛਡਾਇਆ ਤੇ ਆਉਣ ਵਾਲਾ ਵਕਤ ਜਿਹੜਾ ਬਹੁਤ। ਕੋਈ ਕਾਨੂੰਨ ਵਗੈਰਾ ਹੈ ਇਸ ਤੇ ਕਹਿੰਦੇ, ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ, ਕਿਉਂਕਿ ਇਹ ਤਾਂ ਜਿਵੇਂ ਇੱਕ ਗੋਲੀ ਨਾਲ ਬੰਦਾ ਮਾਰ ਦੇਣਾ ਜਾਂ ਇਰਾਦਾ ਕਤਲ ਵਰਗਾ ਉਸ ਤਰ੍ਹਾਂ ਦਾ ਕੰਮ ਹੋ ਗਿਆ। ਕਿਉਂਕਿ ਸਵੇਰੇ ਉੱਠਦੇ ਜੇ ਕਿਸੇ ਨੇ ਚਾਹ ਪੀਣੀ ਆ, ਸਮਝੋ ਉਹ ਚਾਹ ਨਹੀਂ ਹੈਗੀ, ਉਹ ਇੱਕ ਜ਼ਹਿਰ ਹੀ ਪੀ ਰਿਹਾ। ਗੱਲ ਇਸ ਤਰ੍ਹਾਂ ਕਿ ਦੇਖੋ ਸਾਡਾ ਫੂਡ ਸੇਫਟੀ ਐਕਟ 1964 ਬਣਿਆ ਹੋਇਆ, ਪਰ ਉਹ ਉਸ ਵੇਲੇ ਦੇ ਸਮੇਂ ਦੇ ਹਿਸਾਬ ਨਾਲ ਬਣਿਆ ਸੀ। ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ, ਪਰ ਉਹਦੇ ਵਿੱਚ ਸੋਧ ਜਿਹੜੀ ਆ ਉਹ ਨਹੀਂ ਕੀਤੀ। ਉਹਦੇ ਵਿੱਚ ਸੋਧ ਕਰਨੀ ਬਹੁਤ ਇਮੀਡੀਏਟਲੀ, ਔਰ ਅਸੀਂ ਪਰਸੋਂ ਮੀਟਿੰਗ ਦੇ ਵਿੱਚ ਵੀ CM ਸਾਹਿਬ ਅੱਗੇ ਮੁੱਦਾ ਰੱਖ ਕੇ ਆਏ ਹਾਂ ਕਿ ਸੈਸ਼ਨ ਬੁਲਾਇਆ ਜਾਵੇ, ਫੂਡ ਸੇਫਟੀ ਐਕਟ ਦੇ ਵਿੱਚ ਸੋਧ ਕਰੋ। ਦੇਖੋ ਜਿਹੜਾ ਬੰਦਾ ਤੁਹਾਨੂੰ ਕੈਮੀਕਲ ਦੇ ਰਿਹਾ ਉਹ ਸਿੱਧੇ ਤੌਰ ਤੇ ਤੁਹਾਨੂੰ ਮਾਰਨ ਦੀ ਨੀਅਤ ਨਾਲ ਹੈ ਨਾ, ਉਹਦੇ ਵਿੱਚ ਸੋਧ ਕੀਤੀ ਜਾਵੇ। ਉਹਦੇ ਵਿੱਚ ਜਿਸ ਵੀ ਬੰਦੇ ਦਾ ਨਕਲੀ ਦੁੱਧ ਫੜਿਆ ਜਾਂਦਾ ਉਹ 'ਤੇ 307 ਧਾਰਾ ਜਿਹੜੀ ਉਹ ਲੱਗਣੀ ਚਾਹੀਦੀ ਆ। ਪਹਿਲੀ ਗੱਲ ਕਿ ਉਹਨੂੰ 307 ਧਾਰਾ ਦੇ ਅੰਡਰ ਆਵੇ। ਦੂਜੀ ਗੱਲ ਕਿ ਦੇਖੋ ਜਦੋਂ ਵੀ ਇਹ ਕੰਮ ਹੋ ਰਿਹਾ, ਨਕਲੀ ਦੁੱਧ ਦਾ ਹੋ ਰਿਹਾ, ਉਹ ਇੱਕ ਬੰਦਾ ਤਾਂ ਕਰ ਨਹੀਂ ਰਿਹਾ ਨਾ, ਉਹ ਤਾਂ ਵੱਡੇ ਲੈਵਲ ਤੇ ਗਰੋਹ ਆ ਇੱਕ ਜਿਹੜਾ ਉਹ ਕਰਕੇ ਉਹਨੂੰ ਮਤਲਬ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਸਪਲਾਈ ਦੇ ਰਿਹਾ, ਜਾਂ ਉਹ ਕਿੱਥੋਂ ਤੱਕ ਉਹਦੀਆਂ ਤਾਰਾਂ ਜੁੜੀਆਂ ਆ, ਉਹਦੇ ਵਿੱਚ 120 ਵੀ ਲੱਗਣੀ ਚਾਹੀਦੀ ਹੈ। ਤੀਸਰੀ ਗੱਲ ਆ ਕਿ ਜਿਹੜਾ ਉਹ ਵਾਹੀਕਲ ਦੇ ਉੱਤੇ ਉਹ ਸਪਲਾਈ ਦੇ ਰਿਹਾ, ਦੇਖੋ ਆਮ ਤੌਰ ਤੇ ਕੀ ਹੁੰਦਾ ਕਿ ਐਕਸੀਡੈਂਟ ਹੋਇਆ, ਜੋ ਕੁਝ ਵੀ ਹੋਇਆ, ਵਾਹੀਕਲ ਅੰਦਰ ਗਿਆ, 5-7-10 ਦਿਨ ਬਾਅਦ ਸਾਡੇ ਐਡਵੋਕੇਟ ਸਾਹਿਬਾਨ ਉਹਦੀ ਸਪੁਰਦਾਰੀ ਕਰਾਉਂਦੇ। ਇਹਦੀ ਵੀ ਇਸ ਤਰ੍ਹਾਂ ਹੁੰਦੀ, ਉਹ ਸਪੁਰਦਾਰੀ ਵੀ ਨਹੀਂ ਹੋਣੀ ਚਾਹੀਦੀ, ਉਹ ਵਾਹੀਕਲ ਪੱਕੇ ਤੌਰ ਤੇ ਜ਼ਬਤ ਹੋਣਾ ਚਾਹੀਦਾ। ਜਿੰਨੀ ਦੇਰ ਤੱਕ ਸਰਕਾਰ ਸਖਤ ਨਹੀਂ ਨਾ ਹੋਊਗੀ ਉਨੀ ਦੇਰ ਤੱਕ ਇਹ ਜਿਹੜਾ ਮਸਲਾ ਆ ਇਹ ਮਸਲਾ ਸੋਲਵ ਨਹੀਂ ਹੋਣਾ। ਦੇਖੋ ਅਸੀਂ ਅੱਜ ਵੀ ਉਦਣ ਵੀ CM ਸਾਹਿਬ ਨੂੰ ਸਾਡੀਆਂ ਜਥੇਬੰਦੀਆਂ ਸਾਰੀਆਂ ਕਹਿ ਕੇ ਆਈਆਂ, ਔਰ ਅੱਜ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸੈਸ਼ਨ ਬੁਲਾਇਆ ਜਾਵੇ ਔਰ ਇਹਦੇ ਵਿੱਚ ਬਿਲਕੁਲ ਸੋਧਾਂ ਕੀਤੀਆਂ ਜਾਣ, ਔਰ ਲੈਬਾਂ ਜਿਹੜੀਆਂ ਘੱਟੋ ਘੱਟ 3 ਤੋਂ 4 ਬਣਾਈਆਂ ਜਾਣ, ਔਰ DHO ਸਾਹਿਬਾਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਜਿਹੜੇ ਉਹ ਦੀਵਾਲੀ ਦੁਸਹਿਰੇ ਵਾਲੇ ਜਿਹੜੇ ਗਿਫਟ ਪਹੁੰਚਦੇ ਆ, ਉਹ ਮਿਹਰਬਾਨੀ ਕਰਕੇ ਅਸੀਂ DHO ਸਾਹਿਬਾਨਾਂ ਨੂੰ ਜਾਂ SMO ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਦੇਖੋ ਤੁਹਾਡੇ ਘਰ ਬੱਚੇ ਆ ਤਾਂ ਉਹ ਸਾਰੇ ਘਰਾਂ ਦੇ ਵਿੱਚ ਉੱਦਾਂ ਦੇ ਬੱਚੇ ਆ, ਉਹਨਾਂ ਸਾਰਿਆਂ ਦਾ ਹੀ ਧਿਆਨ ਰੱਖਿਆ ਜਾਵੇ।
ਔਰ ਆਪਣੇ ਅੰਦਰੋਂ ਜਿਹੜੀ ਇਨਸਾਨੀਅਤ ਆ ਉਹਨੂੰ ਜਿੰਦਾ ਰੱਖ ਕੇ ਜਿੱਦਣ ਵੀ ਮਰਜ਼ੀ ਆ ਜਾਣ ਮੇਰੇ ਡੈਰੀ ਫਾਰਮ ਤੇ ਸੈਂਪਲ ਜਿੰਨੇ ਕਹਿਣਗੇ ਓਨੇ ਭਰਾ ਦੂੰਗਾ, ਜਿੰਨੇ ਕਹਿਣਗੇ ਓਨੇ ਲੈ ਜਾਣ। ਜੇਕਰ ਇੱਕ ਵੀ ਸੈਂਪਲ ਫੇਲ ਹੋ ਜੂ ਤਾਂ ਫਿਰ ਕਿਉਂ। ਤਾਂ ਬਿਲਕੁਲ ਡੈਰੀ ਫਾਰਮਿੰਗ ਵੀ ਹੁਣ ਤੁਹਾਡਾ ਵੇਖਾਂਗੇ ਬਿਲਕੁਲ ਕਿ ਕਿਸ ਤਰ੍ਹਾਂ ਤੁਸੀਂ ਪੂਰਾ ਡੈਰੀ ਫਾਰਮ ਚਲਾ ਰਹੇ ਹੋ, ਕਿੰਨੇ ਪਸ਼ੂ ਹੈਗੇ ਆ ਤੁਹਾਡੇ ਕੋਲ। ਜਿਵੇਂ ਅਸੀਂ ਵੇਖ ਰਹੇ ਹਾਂ ਤੁਸੀਂ 3 ਹਿੱਸਿਆਂ ਦੇ ਵਿੱਚ ਪਸ਼ੂ ਵੰਡੇ ਹੋਏ ਆ, ਇੱਕ ਪਾਸੇ ਇੱਥੇ ਆ, ਦੂਸਰੇ ਉਧਰ, ਤੇ ਨਾਲ ਗੁਰਬਾਣੀ ਵੀ ਚੱਲ ਰਹੀ ਆ। ਹਾਂਜੀ ਹਾਂਜੀ ਬਿਲਕੁਲ ਤਾਂ ਜੀ। ਫਿਰ ਲੱਗਦਾ ਕਿ ਗੁਰਬਾਣੀ ਦਾ ਵੀ ਇਹਨਾਂ ਪਸ਼ੂਆਂ ਤੇ ਅਸਰ ਪੈਂਦਾ। ਬਿਲਕੁਲ ਦੇਖੋ ਜੀ, ਜਿੱਥੇ ਜਾਪ ਹੋਣਾ ਉਹ ਜਾਪ ਦਾ ਅਸਰ ਤਾਂ ਮਹਾਰਾਜ ਦੇ ਨੇਚਰਲੀ ਆ ਨਾ। ਕਿ ਦੇਖੋ ਦੂਸਰੀ ਗੱਲ ਆ ਕਿ ਕੋਈ ਵੀ ਜਿਹੜੀ ਸਾਹ ਵਾਲੀ ਚੀਜ਼ ਆ ਉਹਦੇ ਕੰਨਾਂ ਦੇ ਵਿੱਚ ਗੁਰਬਾਣੀ ਪੈਣੀ, ਤੇ ਮਹਾਰਾਜ ਨੇ ਸ਼ੁਰੂ ਤੋਂ ਲੈ ਕੇ ਸਾਨੂੰ ਦਿੱਤੀ ਆ। ਇੱਕ ਲੰਗਰ ਤਾਂ ਇੱਕ ਨਾਮ ਦੀ, ਦੋ ਹੀ ਤਾਂ ਸਾਡੇ ਕੋਲ ਪ੍ਰਥਾ ਆਈਆਂ, ਤੀਜੀ ਭਾਈ ਕਨਈਆ ਜੀ ਦੀ ਮੱਲਮ ਆਈ ਆ ਜਿਹਦੇ ਸਿਰ ਤੇ ਅਸੀਂ ਅੱਜ ਤੱਕ ਸਭ ਕੁਝ ਕੀਤਾ। ਠੀਕ ਹੈ ਨਾ, ਇਹੋ ਹੀ ਤਾਂ 3 ਗੱਲਾਂ। ਦੂਜੀ ਗੱਲ ਇਹ ਆ ਕਿ ਦੇਖੋ ਇਹ ਜਿਹੜੇ ਸਾਡੇ ਨਵੇਂ ਮੁੰਡੇ ਵੀ ਉੱਠ ਕੇ ਇਸ ਕੰਮ ਨੂੰ ਕਰਨਾ ਚਾਹੁੰਦੇ, ਮੈਂ ਕਹਿੰਦਾ ਕਰਨਾ ਚਾਹੀਦਾ, ਕਿਉਂਕਿ ਅਸੀਂ ਆਪਣੇ ਦੇਸ਼ ਲਈ ਸਭ ਕੁਝ ਕਰਨੇ ਆ, ਦੇਸ਼ ਲਈ ਜਾਨ ਵਰਤਦੇ, ਦੇਸ਼ ਲਈ ਇਹ ਕਰਨਾ ਚਾਹੀਦਾ। ਪਰ ਗੱਲ ਇਹ ਆ ਕਿ ਇਹਨੂੰ ਦੇਖੋ ਕਰਨ ਲਈ ਕਾਹਲ ਨਹੀਂ ਵਰਤਣੀ ਚਾਹੀਦੀ, ਇਹਨੂੰ ਸਲੋ ਲੈਵਲ ਤੇ ਪਹਿਲਾਂ ਤਾਂ ਇਹਦੀ ਦੇਖੋ ਜਿੰਨੀਆਂ ਵੀ ਸਰਕਾਰੀ ਸਾਡੇ ਅਦਾਰਿਆਂ ਦੇ ਉੱਤੇ ਜਿੰਨੀ ਵੀ ਮਤਲਬ ਕਿ ਉਹਨਾਂ ਦੀਆਂ ਟ੍ਰੇਨਿੰਗਾਂ ਉਹ ਜ਼ਰੂਰ ਕਰਨੀਆਂ ਚਾਹੀਦੀਆਂ। ਪਲੱਸ ਇੱਕ ਗੱਲ ਮੰਨ ਕੇ ਦਿਲ 'ਚੋਂ ਤੁਰਨੀ ਚਾਹੀਦੀ ਕਿ ਮੇਰੇ ਕੱਪੜਿਆਂ ਨੂੰ ਗੋਹਾ ਲੱਗ ਗਿਆ ਜਾਂ ਮੇਰੇ ਕੱਪੜਿਆਂ ਨੂੰ ਕੱਲ ਨੂੰ ਗਾਂ ਸੂੰਦੀ ਬਲੱਡ ਲੱਗ ਗਿਆ, ਇਹ ਚੀਜ਼ ਦੀ ਜੇ ਗੈਰਤ ਮਨ ਦੇ ਵਿੱਚੋਂ ਮਰੀ ਆ ਤੇ ਫਿਰ ਇਸ ਧੰਦੇ ਨੂੰ ਕਰਨਾ ਚਾਹੀਦਾ। ਅਦਰਵਾਈਜ਼ ਜੇ ਆਪਾਂ ਕਹੀਏ ਵੀ ਆਪਾਂ ਚਿੱਟੇ ਕੱਪੜੇ ਪਾ ਕੇ, ਅੱਜ ਤਾਂ ਮੈਂ ਤੁਹਾਡੇ ਕਰਕੇ ਚਿੱਟੇ ਕੱਪੜੇ ਪਾਏ ਆ, ਚਲੋ ਗੱਲ ਵੱਖਰੀ ਆ, ਪਰ ਲੇਕਿਨ ਡੈਰੀ ਦੇ ਵਿੱਚ ਡੈਰੀ ਹੋਣਾ ਪੈਂਦਾ। ਬਿਲਕੁਲ ਇਹ ਕਿੰਨਾ 24 ਘੰਟੇ ਦਾ ਪ੍ਰੋਸੈਸ ਹੈ। ਹਾਂ ਬਿਲਕੁਲ, ਚਲੋ ਇੰਨਾ ਕਹੇਗਾ ਕਮਾਈ ਵੀ 24 ਘੰਟੇ ਬਾਅਦ ਹੀ ਆ ਜਾਂਦੀ। ਹਾਂਜੀ ਇਹ ਗੱਲ ਹੈਗੀ ਆ, ਕਮਾਈ 24 ਘੰਟੇ ਬਾਅਦ ਆਉਂਦੀ ਆ। ਪਰ ਲੇਕਿਨ ਅਸੀਂ ਸਰਕਾਰ ਤੋਂ ਪ੍ਰਜੋਰ ਮੰਗ ਕਰਦੇ ਆ ਇਸ ਗੱਲ ਦੀ ਕਿ ਜਿਹੜੇ ਆਹ ਨਕਲੀ ਦੁੱਧ ਦੇ ਨਾਲ ਇੰਨਾ ਹਾਲਾਤ ਮਾੜਾ, ਜਿਹੜੇ ਚੰਗੇ ਡੈਰੀ ਫਾਰਮਰ ਆ ਅੱਜ ਉਹ ਵੀ ਛੱਡ ਕੇ ਜਾ ਰਹੇ ਆ। ਬਹੁਤ ਡੈਰੀ ਫਾਰਮ ਬੰਦ ਹੋ ਗਏ ਘਾਟੇ ਦਾ ਕਰਕੇ। ਉਹ ਘਾਟਾ ਤਦ ਹੀ ਹੈ ਜੇ ਨਕਲੀ ਦੁੱਧ ਮਾਰਕੀਟ 'ਚੋਂ ਬੰਦ ਹੋ ਜਾਵੇ। ਦੇਖੋ ਅਸੀਂ ਤੁਹਾਨੂੰ ਵੀ ਇੱਕ ਸਾਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਬੇਨਤੀ ਕਰਦੇ ਹਾਂ, ਕਈ ਵਾਰ 2 ਰੁਪਏ ਜਾਂ 3 ਰੁਪਏ ਰੇਟ ਵੱਧਦਾ ਤੇ ਆਪਾਂ ਇੱਕ ਗੱਲ ਕਹਿ ਦਿੰਦੇ ਆ ਕਿ ਸਾਡਾ ਜਿਹੜਾ ਰਸੋਈ ਦਾ ਬੈਲੈਂਸ ਹੈ ਉਹ ਬਦਲ ਗਿਆ। ਵੀਰੋ ਉਹ ਨਹੀਂ ਬਦਲਿਆ। ਜੇ ਆਪਾਂ ਬਾਅਦ ਦੇ ਵਿੱਚ 10 ਜਾਂ 15 ਲੱਖ ਰੁਪਈਆ ਕੈਂਸਰ ਹੋਏ ਤੇ ਹਸਪਤਾਲ ਦੇ ਕੇ ਆਉਣਾ, ਉਹਦੇ ਨਾਲੋਂ ਕਿਉਂ ਨਹੀਂ ਆਪਾਂ 50 ਦੀ ਬਜਾਏ 70 ਰੁਪਏ ਕਿਲੋ ਦੁੱਧ ਵਧੀਆ ਲਈਏ, ਵਧੀਆ ਲੈ ਕੇ ਆਪਣੇ ਬੱਚਿਆਂ ਨੂੰ ਵਧੀਆ ਪਲਾਈਏ ਔਰ ਸਾਡੇ ਬੱਚੇ ਸਿਹਤਯਾਬ ਹੋਣਗੇ, ਕੱਲ ਨੂੰ ਨੈਚੁਰਲੀ ਆ ਕੋਈ ਦੇਸ਼ ਦੀ ਵੀ ਸੇਵਾ ਕਰਨਗੇ ਔਰ ਆਪਣਾ ਵੀ ਉਹ ਵਧੀਆ ਆਮ ਤੌਰ ਤੇ ਨਾ ਵੇਖੇ ਜਾਂਦੇ ਡੇਅਰੀ ਫਾਰਮ ਬਹੁਤ ਐਡਵਾਂਸ ਹੁੰਦੇ, ਪਰ ਤੁਸੀਂ ਉਸੇ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਸਾਦੇ ਤਰੀਕੇ ਦੇ ਨਾਲ ਡੇਅਰੀ ਫਾਰਮ ਚਲਾ ਰਹੇ ਹੋ। ਬਿਲਕੁਲ ਬਿਲਕੁਲ ਜੀ। ਇਸ ਦਾ ਕੀ ਕਾਰਨ ਹੈਗਾ ਕਿ ਇਸ ਦੇ ਵਿੱਚ ਜੇ ਐਡਵਾਂਸ ਕਰਨਾ ਜਾਂ ਕਿਸੇ ਨੇ ਇਸ ਲੈਵਲ ਤੋਂ ਸ਼ੁਰੂ ਕਰਨਾ, ਉਹਨੂੰ ਕੀ ਕਰਨਾ ਚਾਹੀਦਾ, ਕੀ ਚੀਜ਼ਾਂ ਸੋਚਣੀਆਂ ਚਾਹੀਦੀਆਂ, ਕਿੰਨਾ ਕੁ ਬਜਟ ਹੋਵੇ ਤੇ ਪ੍ਰੋਫਿਟ ਕਿੰਨਾ ਕੁ ਉਹਦੇ 'ਚ। ਦੇਖੋ ਗੱਲ ਇਸ ਤਰ੍ਹਾਂ ਕਿ ਸਰਕਾਰਾਂ ਇੱਥੇ ਲੋਨ ਤਾਂ ਦੇ ਦਿੰਦੀਆਂ ਡੈਰੀ ਫਾਰਮਰ ਨੂੰ, ਪਰ ਲੋਨ ਦੇ ਵਿੱਚ ਜਿਹੜੀ ਸਬਸਿਡੀ ਆ ਨਾ ਉਹ ਸਿਰਫ 1.5 ਲੱਖ ਹੀ ਰੱਖੀ ਹੋਈ ਹੈ। ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਦੇਖੋ ਜਿਸ ਬੰਦੇ ਨੇ, ਕਿਸੇ ਸਾਡੇ ਵੀਰ ਨੇ ਚਾਹੁੰਦਾ ਉਹਨੇ ਵੱਡਾ ਡੈਰੀ ਫਾਰਮ ਪਾਉਣਾ, ਮਤਲਬ ਕਿ ਉਹਦੀ ਫਿਰ ਉਸ ਹਿਸਾਬ ਨਾਲ ਸਬਸਿਡੀ 25% ਜਿਹੜੀ ਆ ਜਾਂ 30% ਜਿੰਨੀ ਵੀ ਸਰਕਾਰ ਨੇ ਦੇਣੀ ਆ ਉਹ ਅਮਾਉਂਟ ਦੇ ਹਿਸਾਬ ਨਾਲ ਤਾਂ ਦੇਣ। ਇਹਨਾਂ ਨੇ ਸਿਰਫ ਇੱਕੋ ਹੀ ਗੱਲ ਬੰਨੀ ਆ ਕਿ 1.5 ਲੱਖ ਹੀ ਅਸੀਂ ਸਬਸਿਡੀ ਦੇਣੀ ਆ, ਉਹ ਜਿਹੜੀ ਬਿਲਕੁਲ ਦੇਖੋ ਡੈਰੀ ਫਾਰਮਰਾਂ ਦੇ ਨਾਲ ਧੱਕਾ ਆ। ਉਹ ਵੀ ਮਤਲਬ ਕਿਸਾਨ ਤੇ ਬੈਂਕ ਵਾਲਿਆਂ ਚ ਰਹਿੰਦੇ ਵੀ ਉਹ ਵੀ ਮਤਲਬ ਕਿ ਉਹ ਕਾਫੀ ਉਹਦੇ ਵਿੱਚ ਟਕਸਲਬਾਜੀ ਹੁੰਦੀ ਆ। ਬਾਕੀ ਜਿਸ ਵੀ ਡੈਰੀ ਫਾਰਮਰ ਕਿਸੇ ਵੀਰ ਨੇ ਸ਼ੁਰੂ ਕਰਨਾ ਆ, ਮੇਰੀ ਉਹਨੂੰ ਇਹੀ ਬੇਨਤੀ ਆ ਕਿ ਇੱਕਦਮ ਵੱਡੇ ਲੈਵਲ ਤੋਂ ਨਾ ਕਰ, ਛੋਟੇ ਲੈਵਲ ਤੋਂ ਡੈਰੀ ਫਾਰਮ ਸ਼ੁਰੂ ਕਰ। ਇੱਕ ਤੇਰਾ ਐਕਸਪੀਰੀਅੰਸ ਹੋ ਜਾਊਗਾ, ਗਊਆਂ ਦਾ ਐਕਸਪੀਰੀਅੰਸ ਹੋ ਜਾਊਗਾ, ਤੇਰਾ ਪਸ਼ੂਆਂ ਨੂੰ ਦੇਖਭਾਲ ਦਾ ਐਕਸਪੀਰੀਅੰਸ ਹੋ ਜਾਊਗਾ। ਨੈਕਸਟ ਤੇਰੇ ਕੋਲ ਆਪਣੇ ਐਨੀਮਲ ਹੋਣਗੇ, ਤੈਨੂੰ ਪੈਸੇ ਘੱਟ ਲਾਉਣੇ ਪੈਣਗੇ। ਤੇ ਆਮ ਤੌਰ ਤੇ ਜਿਵੇਂ ਨਸਲ ਵੇਖ ਰਹੇ ਤੁਹਾਡੇ ਕਾਫੀ ਚੰਗੀ ਨਸਲ ਹੈਗੀ, ਹਾਂਜੀ ਕਿਹੜੀ ਨਸਲ ਹੈਗੀ ਆ, ਤਾਂ ਫਿਰ ਜਦੋਂ ਚੋਣ ਕਰਨੀ ਹੈ ਡੈਰੀ ਫਾਰਮ ਸ਼ੁਰੂ ਕਰਨ ਦੇ ਲਈ ਨਸਲ ਦੀ, ਫਿਰ ਉਹ ਕਿਸ ਤਰ੍ਹਾਂ ਚੋਣ ਕੀਤੀ ਜਾਵੇ? ਦੇਖੋ ਇਸ ਤਰ੍ਹਾਂ ਕਿ ਮੈਂ ਜਦੋਂ 11 ਦੇ ਵਿੱਚ ਡੈਰੀ ਫਾਰਮ 10-11 ਦੇ ਵਿੱਚ ਪਾਇਆ ਨਾ, ਤੇ ਮੈਂ ਇੱਥੋਂ ਲੋਕਲ ਵਧੀਆ ਗਾਈਆਂ ਖਰੀਦੀਆਂ, ਵਿੱਚੋਂ ਬਹੁਤ ਗਾਈਆਂ ਮਾੜੀਆਂ ਵੀ ਨਿਕਲੀਆਂ। ਮੈਂ 20 ਕੁ ਗਾਈਆਂ ਖਰੀਦੀਆਂ, 10 ਕੁ ਵਧੀਆ ਨਿਕਲੀਆਂ, 10 ਤਾਂ ਮੈਨੂੰ ਮੁੜ ਕੇ ਸੇਲ ਹੀ ਕਰਨੀਆਂ ਪਈਆਂ। ਮਤਲਬ ਕਾਫੀ ਘਾਟਾ ਪਿਆ ਉਹਨਾਂ ਦੇ ਵਿੱਚ। ਚਲੋ ਮੈਂ ਘਾਟਾ ਜਰ ਲਿਆ, ਕੋਈ ਗੱਲ ਨਹੀਂ, ਉਦੋਂ ਦੁੱਧ ਬਹੁਤ ਆਉਂਦਾ ਸੀ, ਸਾਰਾ ਕੁਝ ਸੀ। ਪਰ ਲੇਕਿਨ ਮੈਂ ਇਹ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਸਦਰਪੁਰਾ ਜੀ, ਜਿਨ੍ਹਾਂ ਨੇ PDFA ਇੱਕ ਇੱਦਾਂ ਦੀ ਸੰਸਥਾ ਬਣਾਈ ਆ ਕਿ ਜਿਹੜਾ ਸਾਡਾ ਇੱਕ ਘਰਾਂ ਦਾ ਨਾ ਛੋਟਾ ਜਿਹਾ ਰੋਜ਼ਗਾਰ ਸੀ, ਉਹਨੂੰ ਵੱਡੇ ਕਮਰਸ਼ੀਅਲ ਧੰਦੇ ਦੇ ਉੱਤੇ ਉਹਨਾਂ ਨੇ ਲਗਾਏ ਉਹਨੂੰ, ਔਰ ਬੜਾ ਉਹਨਾਂ ਨੇ ਮਿਹਨਤ ਕੀਤੀ। ਸਾਰਾ ਦੇਖੋ ਸਾਰੇ ਡੈਰੀ ਫਾਰਮਰ ਦੇ ਜਿੰਨੇ ਵੀ ਫਾਰਮਰ ਆ, ਸਾਡਾ ਗਰੁੱਪ ਆ ਜਿਹੜਾ PDFA ਦਾ, ਉਹ ਸਾਰਿਆਂ ਨੂੰ ਹੀ ਜਿਹੜਾ ਮਤਲਬ ਕਿ ਉਹ ਬਾਹਰੋਂ ਸੀਮਨ ਟੌਪ ਤੋਂ ਟੌਪ ਦਾ ਸੀਮਨ ਇੰਪੋਰਟ ਕਰਕੇ ਦੇ ਰਹੇ ਆ, ਔਰ ਜੈਨੂਅਲ ਰੇਟ ਤੇ ਦੇ ਰਹੇ ਆ। ਰੇਟ ਵੀ ਕੋਈ ਉਹਦਾ ਇੰਨਾ ਜ਼ਿਆਦਾ ਨਹੀਂ, ਜੈਨੂਅਲ ਰੇਟ। ਪਰ ਲੇਕਿਨ ਸਾਡੇ ਕੋਲ ਜਿਹੜੀਆਂ ਗਾਈਆਂ 40 ਤੋਂ 45 ਲੀਟਰ ਪਲੱਸ ਤੱਕ ਗਾਈਆਂ ਅੱਜ ਇੱਥੇ ਅਵੇਲੇਬਲ ਆ ਮੇਰੇ ਕੋਲ, ਕਿ ਡੇਲੀ ਦੇ ਵਿੱਚ ਗਾਂ ਜਿਹੜੀ 40 ਲੀਟਰ ਦੁੱਧ ਚਵਾ ਦਊਗੀ ਇੱਕ ਦਿਨ ਦੇ ਵਿੱਚ। ਦੇਖੋ ਗੱਲ ਇਹ ਆ ਕਿ ਗਾਂ ਦੁੱਧ ਤਾਂ ਚਵਾਉਂਦੀ ਆ, ਪਰ ਉਹਦੇ ਵਾਸਤੇ ਫੀਡ
ਜਾਂ ਹੋਰ ਜਿਹੜੇ ਦੇ ਫੀਡ ਸਪਲੀਮੈਂਟ ਆ ਜਿੰਨੇ ਵੀ ਆ ਮਿਨਰਲ ਵਗੈਰਾ ਲਾ ਲਓ ਜਾਂ ਕੈਲਸ਼ੀਅਮ ਵਗੈਰਾ ਲਾ ਲਓ, ਹਾਂਜੀ ਹਾਂਜੀ ਦਵਾਈਆਂ ਜਿਹਨੇ ਇਹਨਾਂ ਦੇ ਰੇਟ ਵੀ ਜਿਹੜੇ ਉਹ ਸਮਾਨੀ ਸ਼ੂ ਹੈ ਕਿ ਜਦੋਂ ਵੀ ਅਸੀਂ ਕਦੇ ਜਾਂਦੇ ਆ ਆਮ ਤੌਰ ਤੇ ਸਾਡੇ ਜਲੰਧਰ ਇੱਥੇ ਵਧਵਾ ਆ ਜਾਂ ਦਸ਼ਮੇਸ਼ ਏਜੰਸੀਆਂ ਆ ਜਿਹੜੀਆਂ ਅਮਰ ਏਜੰਸੀ ਆ, ਅਸੀਂ ਜਦੋਂ ਜਾ ਕੇ ਉਹਨਾਂ ਦੇ ਕੋਲੋਂ ਵੈਕਸੀਨ ਮੰਗਦੇ ਆ ਕਿਸੇ ਵੀ ਤਰ੍ਹਾਂ ਦੇ ਕੋਈ ਇੰਜੈਕਸ਼ਨ ਮੰਗਦੇ ਆ ਤੇ ਉਹ ਕਹਿੰਦੇ ਜੀ ਪ੍ਰਿੰਟ ਦੇਖ ਲੈਣ ਦਿਓ, ਪ੍ਰਿੰਟ ਦੇ ਕੇ ਕਹਿੰਦੇ ਇੱਥੇ ਨਵੇਂ ਪ੍ਰਿੰਟ ਆ ਗਏ। ਪਰ ਅਸੀਂ ਸਰਕਾਰ ਨੂੰ ਪ੍ਰਯੋਰ ਮੰਗ ਕਰਦੇ ਆ ਕਿ ਉਹਨਾਂ ਨੂੰ ਤਾਂ ਪ੍ਰਿੰਟ ਨਵੇਂ ਆ ਗਏ, ਸਾਡੇ ਵੀ ਦੁੱਧ ਦੇ ਕਦੀ ਪ੍ਰਿੰਟ ਨਵੇਂ ਲਾ ਦਿਓ। ਫਾਰਮਰ ਕਿੰਨੀ ਦੇਰ ਜੇਬ ਚੋਂ ਪਾ ਕੇ ਲਾ ਦੂਗਾ। ਦੇਖੋ ਇਸ ਵੇਲੇ ਮੈਂ ਡੈਰੀ ਫਾਰਮਰ ਚਲਾ ਰਿਹਾ ਕਿ ਦੇਖੋ ਮੈਂ ਇੱਕ ਸਹਾਇਕ ਧੰਦੇ ਦੇ ਤੌਰ ਤੇ ਵੈਸੇ ਚਲਾ ਰਿਹਾ, ਪਰ ਸਾਡੇ ਵੀਰਾਂ ਨੇ ਪੀਡੀਐਫਏ ਦੇ ਥਰੂ ਬਹੁਤ ਕਮਰਸ਼ੀਅਲ ਡੈਰੀ ਫਾਰਮ ਵੱਡੇ ਲੈਵਲ ਤੇ ਚਲਾਏ ਆ। ਤਾਂ ਅਸੀਂ ਆ ਮਸ਼ੀਨ ਵੀ ਦੇਖ ਰਹੇ ਹਾਂ, ਹਾਂਜੀ ਹਾਂਜੀ, ਧਾਰਾ ਕੱਢਣ ਵਾਲੀ, ਇਹ ਫਿਰ ਕਿਵੇਂ ਕੰਮ ਕਰਦੀ ਹੈਗੀ, ਕੋਈ ਇਸ ਦੀ ਵਰਕਿੰਗ ਬਾਰੇ ਦੱਸੋਗੇ? ਇਹ ਮਤਲਬ ਕਿ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ, ਇਹ ਤਾਂ ਬੇਹੱਦ ਬੈਂਸਨ ਕੰਪਨੀ ਦੀਆਂ ਸਾਰੀਆਂ, ਹਾਂਜੀ ਦੋਨੇ ਮਸ਼ੀਨਾਂ ਬੈਂਸਨ ਦੀਆਂ ਲੱਗੀਆਂ ਹੋਈਆਂ। ਇਹ ਦੋ ਮਸ਼ੀਨਾਂ, ਹਾਂਜੀ ਹਾਂਜੀ, ਇੱਕ ਪਰਲੀ ਸਾਈਡ ਤੇ ਕਿੱਧਰ ਲੱਗੀ ਹੋਈ ਆ, ਇਹ ਮਤਲਬ ਜੇ ਇੱਕ ਨੂੰ ਪ੍ਰੋਬਲਮ ਆ ਜਾਂਦੀ ਤਾਂ ਦੂਜੀ ਚਲਾ ਲਈਦੀ ਉਸੇ ਵੇਲੇ। ਇਹਦੇ ਨਾਲ ਨਾ ਤਾਂ ਦੇਖੋ ਥਣ ਖਰਾਬ ਹੁੰਦਾ, ਠੀਕ ਹੈ, ਬਿਲਕੁਲ ਇਹ ਗਲਤ ਲੋਕਾਂ ਦੀ ਗਲਤ ਵਹਿਮ ਆ ਕਿ ਥਣ ਖਰਾਬ ਹੁੰਦੇ ਆ, ਨਾ ਚੱਡਾ ਇੱਕ ਸਾਈਡ ਨੂੰ ਜਾਂਦਾ ਔਰ ਨਾ ਹੀ ਅਸੀਂ ਪਾਣੀ ਯੂਜ਼ ਕਰਦੇ ਆ। ਅਸੀਂ ਜਿੱਦਾਂ ਫਸਟ ਟਾਈਮ ਵੀ ਇਹਨਾਂ ਦੀ ਸਿਡ ਲਾਈਨ ਦੀ ਆ ਕਿਨੋ ਪਿਓ, ਉਹ ਦਵਾਈ ਲਾਉਣੀ ਆ, ਦਵਾਈ ਲਾ ਕੇ ਥਣ ਨੂੰ ਸਾਫ਼ ਕਰਨਾ ਕਾਗਜ਼ ਨਾਲ, ਐਨ ਥਣ ਬਿਲਕੁਲ ਥਣ ਨੂੰ ਮਤਲਬ ਕਿ ਵੈਕਸੀਨ ਹੋ ਜਾਂਦੀ ਉਹਦੇ ਨਾਲ, ਕੋਈ ਥਣ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ, ਨਾ ਹੀ ਦੁੱਧ ਦੇ ਵਿੱਚ ਕੋਈ ਪ੍ਰੋਬਲਮ ਆਊਗੀ। ਜਦੋਂ ਦੁੱਧ ਚੱਕ ਕੇ ਮਸ਼ੀਨ ਲਾ ਦੇਣੀ ਆ, ਉਸ ਤੋਂ ਬਾਅਦ ਉਹ ਨੀਲੀ ਜਿਹੜੀ ਸਿਡ ਲਾਈਨ ਜਿੱਤੇ ਲਿਖਿਆ ਹੋਇਆ ਇਹ ਕਿਨੋ ਪਿਓਰ ਆ, ਉਹ ਦਵਾਈ ਲਾ ਦੇਣੀ। ਉਹਦੇ ਨਾਲ ਕੀ ਹੁੰਦਾ ਕਿ ਥਣ ਦਾ ਮੁੱਢਲਾ ਜਿਹੜਾ ਡਿੱਪਰ ਆ ਜਿੱਥੋਂ ਦੁੱਧ ਆਇਆ ਉਸੇ ਵੇਲੇ ਬੰਦ ਹੋ ਜਾਂਦਾ। ਜਦੋਂ ਪਸ਼ੂ ਜਾ ਕੇ ਉੱਧਰ ਬੈਠਦਾ ਜਾਂ ਕਿਤੇ ਵੀ ਮਿੱਟੀ 'ਚ ਬੈਠਦਾ, ਉਹਦੇ ਵਿੱਚ ਕੋਈ ਵੀ ਮਤਲਬ ਕਿ ਇਨਫੈਕਸ਼ਨ ਲਈ ਬੈਕਟੀਰੀਆ ਜਿਹੜਾ ਉਹਦੇ 'ਚ ਐਂਟਰ ਨਹੀਂ ਕਰਦਾ, ਔਰ ਉਹ ਅਗਲੇ ਸਮੇਂ ਲਈ ਦੁੱਧ ਵੀ ਵਧੀਆ ਹੁੰਦਾ ਤੇ ਪਲੱਸ ਉਹ ਪਸ਼ੂ ਬਿਮਾਰੀ ਤੋਂ ਵੀ ਬਚਿਆ ਰਹਿੰਦਾ। ਆਮ ਤੌਰ ਤੇ ਛੱਡੀਆਂ ਦੀ ਸਮੱਸਿਆ ਆ ਜਾਂਦੀ, ਬਹੁਤ ਜ਼ਿਆਦਾ ਆਉਂਦੀ ਆ ਚੱਡੇ ਦੀ ਸਮੱਸਿਆ। ਦੇਖੋ ਖਾਸ ਕਰਕੇ ਜਿਹੜੀਆਂ ਇਹੋ ਐਚਐਫ ਗਾਈਆਂ ਨਾ, ਇਹਨਾਂ ਦਾ ਦੁੱਧ ਜ਼ਿਆਦਾ ਹੋਣ ਕਰਕੇ ਇਹ ਬੋਲ ਜਿਹੜਾ ਦੁੱਧ ਆ ਉਹ ਵੀਕਨੈਸ ਹੋਣ ਕਾਰਨ ਖੁੱਲ ਜਾਂਦਾ, ਖੁੱਲਣ ਕਰਕੇ ਬੈਕਟੀਰੀਆ ਵਿੱਚ ਐਂਟਰ ਹੋ ਜਾਂਦਾ, ਤਾਂ ਉਸ ਕਰਕੇ ਜਿਹੜੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਆਉਂਦੀ ਆ। ਇਸ ਗੱਲ ਨੂੰ ਧਿਆਨ ਵੀ ਰੱਖਣਾ ਪੈਂਦਾ ਔਰ ਕੱਚੀ ਜਗ੍ਹਾ ਵੀ ਇਸੇ ਕਰਕੇ ਰੱਖਣੀ ਪੈਂਦੀ ਹੈ ਕਿ ਕੱਚੀ ਜਗ੍ਹਾ ਨੂੰ ਬਾਹ ਦਿਓ ਤੇ ਉਸ ਤੋਂ ਬਾਅਦ ਇਹ ਜਿਹੜੀ ਜਗ੍ਹਾ ਆ ਫਿਰ ਮਤਲਬ ਕਿ ਸਾਰੀ ਬੈਕਟੀਰੀਆ ਰਹਿਤ ਹੋ ਜਾਂਦੀ ਆ ਤੇ ਇਹ ਪਸ਼ੂ ਜਿਹੜੇ ਵਧੀਆ ਰਹਿੰਦੇ ਆ। ਤੇ ਕੋਈ ਸਬਸਿਡੀ ਵਗੈਰਾ ਜਿਵੇਂ ਇਸ ਮਸ਼ੀਨ ਤੇ ਜਾਂ ਓਵਰਆਲ ਜੇ ਕਿਸੇ ਸ਼ੁਰੂ ਕਰਨਾ ਹੋਵੇ ਉਹਦੇ ਲਈ ਕੀ ਪ੍ਰੋਸੈਸ ਹੈਗਾ? ਸਬਸਿਡੀ ਦਾ ਦੇਖੋ ਪਹਿਲੇ ਤੇ ਸਭ ਤੋਂ ਪਹਿਲਾਂ ਕਿ ਜਿਹੜੇ ਸਾਡੇ ਟ੍ਰੇਨਿੰਗ ਸੈਂਟਰ ਖੁੱਲੇ ਹੋਏ ਆ ਉੱਥੋਂ ਟ੍ਰੇਨਿੰਗ ਕਰਨੀ ਪੈਂਦੀ 45 ਦਿਨ ਦੀ, ਉਹ ਸਰਟੀਫਿਕੇਟ ਹੋਣਾ ਚਾਹੀਦਾ। ਫਿਰ ਆਪਾਂ ਨੂੰ ਇੱਥੇ 20,000 ਰੁਪਈਆ ਮਿਲਕਿੰਗ ਮਸ਼ੀਨ ਤੇ ਸਬਸਿਡੀ ਮਿਲਦੀ ਆ ਤੇ ਪਲੱਸ 1.5 ਲੱਖ ਰੁਪਈਆ ਮੈਨੂੰ ਸ਼ੈੱਡ ਤੇ ਮਿਲਦੀ ਆ ਸਬਸਿਡੀ। ਬਾਕੀ ਹੋਰ ਵੀ ਥੋੜ੍ਹੀਆਂ ਬਿਲਕੁਲ ਥੋੜ੍ਹੀਆਂ ਜਾਣੀ ਕਿ ਸਬਸਿਡੀਆਂ ਆ, ਜਦ ਕਿ ਇਹ ਜਿਹੜਾ ਧੰਦਾ ਚਲਾਉਣ ਵਾਸਤੇ ਸਰਕਾਰ ਨੂੰ ਘੱਟੋ ਘੱਟ ਜਿਹੜੀ ਆ ਨਾ ਮੇਰੇ ਹਿਸਾਬ ਨਾਲ ਤਾਂ 80% ਸਬਸਿਡੀ ਦੇਣੀ ਚਾਹੀਦੀ ਆ, ਪਰ ਜੇ 80 ਨਹੀਂ ਤਾਂ 50% ਜਿਹੜੀ ਸਬਸਿਡੀ ਆ ਉਹ ਜ਼ਰੂਰੀ ਆ। ਬਿਲਕੁਲ, ਜਿਵੇਂ ਹਰੀ ਕ੍ਰਾਂਤੀ ਆਈ ਤੇ ਚਿੱਟੀ ਕ੍ਰਾਂਤੀ ਲਿਆਉਣ ਦੀ ਜ਼ਰੂਰਤ ਹੈਗੀ। ਦੇਖੋ ਚਿੱਟੀ ਕ੍ਰਾਂਤੀ ਦੇ ਵਿੱਚ ਜਿਹੜਾ ਡੈਰੀ ਫਾਰਮਰ ਸੀ ਉਹਨੇ ਬਹੁਤ ਵੱਡਾ ਰੋਲ ਅਦਾ ਕੀਤਾ, ਪਰ ਲੇਕਿਨ ਗੱਲ ਇੱਥੇ ਆ ਗਈ ਆ ਕਿ ਉਹ ਰੋਲ ਅਦਾ ਕਰਨ ਨੂੰ ਕੁਝ ਬੰਦੇ ਜਿਹੜੇ ਸਾਨੂੰ ਕੈਮੀਕਲ ਪਿਲਾ ਰਹੇ ਆ ਘੋਲ ਕੇ, ਉਹਨਾਂ ਨੇ ਇਸ ਧੰਦੇ ਨੂੰ ਰੋਲਣ ਲਈ ਕੋਈ ਕਸਰ ਨਹੀਂ ਛੱਡੀ। ਪਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਨੱਥ ਪਾਉਣ ਦੀ ਬਜਾਏ ਨਾ ਟਾਲ ਮਟੋਲ ਵਾਲਾ ਜਿਹੜਾ ਮਤਲਬ ਕਿ ਰੱਖਿਆ, ਨਾ ਕਿ ਉਹਨਾਂ ਨੂੰ ਨੱਥ ਪਾਉਣ ਦੀ ਉਹਨਾਂ ਨੂੰ ਕੜੇ ਹੋ ਕੇ ਨੱਥ ਪਾ ਲਈਏ, ਤਾਂ ਉਸ ਚੀਜ਼ ਨੂੰ ਰੋਕਣ ਲਈ ਉਹ ਇਸ਼ੂ ਨਹੀਂ ਜਿਹੜੇ ਜਾਣੀ ਕਿ ਬਣਾਏ, ਉਹ ਬਣਨੇ ਚਾਹੀਦੇ ਸੀ। ਉਸ ਗੱਲ ਦੇ ਉੱਤੋਂ ਜਿਹੜੀਆਂ ਸਰਕਾਰਾਂ ਸਮੇਂ ਦੀਆਂ ਜਾਣੀ ਕਿ ਪਿੱਛੇ ਰਹੀਆਂ, ਇਸ ਗੱਲ ਦਾ ਡੈਰੀ ਫਾਰਮਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਵੀ ਦੁੱਖ ਆ। ਤਾਂ ਹੋਰ ਕਿਹੜੇ ਡੈਰੀ ਫਾਰਮਿੰਗ ਦੀ ਗੱਲ ਹੋ ਗਈ, ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜਾ ਕੰਮ ਕਰਦੇ ਹੋ? ਨਾਲ ਮੇਰਾ ਐਗਰੀਕਲਚਰ ਦਾ ਕੰਮ ਆ, ਮੇਰਾ ਗੰਨੇ ਦਾ ਕੰਮ ਆ, ਪੂਰਾ ਗੰਨਾ ਮੈਂ ਕਾਫੀ ਜ਼ਿਆਦਾ ਲਾਉਣਾ ਤੇ ਉਸ ਤੋਂ ਬਾਅਦ ਝੋਨਾ ਆਲੂ ਦੀ ਖੇਤੀ ਮੇਰੀ ਕਾਫੀ ਜ਼ਿਆਦਾ ਆ। ਹਾਂਜੀ ਹਾਂਜੀ, ਆਲੂ ਕਾਫੀ ਜ਼ਿਆਦਾ ਮੇਰਾ। ਦੇਖ ਰਹੇ ਟਰੈਕਟਰ ਬਹੁਤ ਖੜੇ ਸੰਦ ਵਗੈਰਾ, ਫਿਰ ਕਿੰਨੇ ਕਿੱਲਿਆਂ ਦੀ ਵਾਹੀ ਹੈ ਤੁਹਾਡੇ? ਮੇਰੇ ਕੋਲ ਲਗਭਗ 125 ਏਕੜ ਦੀ ਖੇਤੀ ਆ। ਬਾਕੀ ਮੈਂ ਜ਼ਿਆਦਾ ਇਸ ਤਰ੍ਹਾਂ ਕਰਦਾ ਕਿ ਆਲੂ ਦੀ ਫਸਲ ਜ਼ਿਆਦਾ ਲਾਉਣਾ। ਆਲੂ ਮੈਂ ਵੈਸੇ ਹੀ ਖੇਤ ਜਿੱਦਾਂ ਝੋਨੇ ਦੇ ਵੱਢ ਲੈ ਕੇ ਤਾਂ ਆਲੂ ਕਾਫੀ ਲਾ ਦਿੰਦਾ ਤੇ ਉਹ ਫਿਰ ਸੀਡ ਵਾਸਤੇ ਮੇਰਾ ਆਲੂ ਤਿਆਰ ਹੋ ਜਾਣਾ। ਅਗਲੇ ਨੂੰ ਫਸਲ ਪੱਟ ਕੇ ਆਪਾਂ ਵਿਹਲੇ ਕਰ ਦੇਣੇ, ਉਹ ਗੰਨਾ ਲਾ ਲੈ, ਉਹ ਮੱਕੀ ਲਾ ਲੈ, ਤੇ ਉਹ ਇਸ ਕਰਕੇ ਆਲੂ ਦਾ ਜਿਹੜਾ ਕੰਮ ਹੈ ਉਹ ਮੇਰਾ ਕਾਫੀ ਜ਼ਿਆਦਾ। ਦੇਖ ਰਿਹਾ ਕਿ ਇਹ ਸਾਰਾ ਬੀਜੀ ਆਲੂ ਦਾ? ਹਾਂਜੀ ਹਾਂਜੀ, ਸਾਰਾ ਸੀਡ ਹੀ ਆ ਜੀ, ਸੀਡ ਤਿਆਰ ਹੋ ਰਿਹਾ, ਆਪਣੇ ਵੀ ਲੱਗ ਰਿਹਾ, ਜਿਹੜਾ ਉਧਰੋਂ ਸਟੋਰ ਚੋਂ ਜਾ ਰਿਹਾ ਉਹ ਵਪਾਰੀ ਨੂੰ ਜਾ ਰਿਹਾ, ਜਿੰਨਾ ਵੀ ਸੇਲ ਹੋ ਰਿਹਾ ਸਮੇਂ ਦਾ। ਤੇ ਫਿਰ ਆਲੂਆਂ ਦੇ ਵਿੱਚ ਵੀ ਕਹਿੰਦਾ ਸੱਟਾ ਹੀ ਹੁੰਦਾ ਇੱਕ ਤਰ੍ਹਾਂ ਦਾ, ਇੱਕ ਪਾਸੇ ਜਿਵੇਂ ਦੱਸ ਰਹੇ ਹੋ ਵੀ ਡੇਅਰੀ ਫਾਰਮਿੰਗ ਦਾ ਹੈਗਾ, ਹਾਂਜੀ ਹਾਂਜੀ, ਉਸ ਤਰ੍ਹਾਂ ਚਲੋ ਆਮਦਨੀ ਹੈਗੀ ਆ, ਹਾਂਜੀ ਹਾਂਜੀ। ਫਿਰ ਇਹ ਚੀਜ਼ਾਂ ਸਾਰੀਆਂ ਫਿਰ ਕਿਵੇਂ ਮੈਨੇਜ ਕਰਦੇ ਹੋ? ਇਸ ਤਰ੍ਹਾਂ ਨਾ ਕਿ ਇਹ ਜਿਹੜਾ ਡੈਰੀ ਫਾਰਮਰ ਦਾ ਕੰਮ ਆ, ਇਹ ਇਦਾਂ ਆ ਕਿ 10 ਦਿਨ ਬਾਅਦ ਪੇਮੈਂਟ ਆਈ ਜਾਂਦੀ ਸਾਨੂੰ। ਚਲੋ ਆਉਂਦੀ ਭਾਵੇਂ ਹਿਸਾਬ ਦੀ ਆ ਪੇਮੈਂਟ, ਸਰਕਲ ਸਾਡਾ ਚੱਲਦਾ, ਨੋ ਪ੍ਰੋਫਿਟ ਨੋ ਲਾਸ ਤੇ ਵੀ ਚੱਲਦਾ, ਉਹ ਸਰਕਲ ਚੱਲੀ ਜਾਂਦਾ ਕਿ ਉਹ ਸਾਰੇ ਬੰਦਿਆਂ ਨੂੰ ਪੈਸੇ ਦੇਣੇ ਜਾਂ ਹੋਰ ਇੱਧਰ ਉੱਧਰ ਵਾਲੇ ਖਰਚੇ ਜਿਹੜੇ ਆ ਉਹ ਮੇਨਟੇਨ ਹੋਈ ਜਾਂਦੇ ਆ। ਹਾਂ, ਉਹ ਮੇਨਟੇਨ ਹੋਈ ਜਾਂਦੇ ਆ। ਸਾਡੇ ਜਿੱਦਾਂ ਹੁਣ ਬੰਦੇ 10-15 ਆ, ਉਹਨਾਂ ਦੀਆਂ ਤਨਖਾਹਾਂ ਚੱਲ ਗਈਆਂ, ਮੋਬਾਈਲਾਂ ਦੇ ਰੀਚਾਰਜ ਹੋ ਗਏ, ਮੋਟਰਸਾਈਕਲਾਂ ਦੇ ਤੇਲ ਪੈ ਗਏ, ਇਦਾਂ ਦੇ ਘਰ ਦੇ ਸੌਦੇ ਆ ਗਏ,
ਇਹ ਬਿਜਲੀ ਦੇ ਬਿੱਲ ਚੱਲ ਗਏ, ਇਦਾਂ ਦੇ ਜਿਹੜੇ ਖਰਚੇ ਆ ਇਹ ਫਿਰ ਖੇਤੀ ਦੇ ਭਾਰੂ ਨਹੀਂ ਹੁੰਦੇ। ਇਸ ਕਰਕੇ ਕੁਝ ਵਿੱਚੋਂ ਜਦੋਂ ਕਿਸੇ ਉੱਦਾਂ ਦੀ ਗੱਲ ਹੋਈ 2 ਗਾਈਆਂ ਵੇਚ ਲਈਆਂ ਤੇ ਰੁਪਈਆ 2-2.5 ਲੱਖ ਵੱਟ ਲਿਆ ਤੇ ਉਹਦੇ ਨਾਲ ਆਪਣਾ ਡੀਜ਼ਲ ਭਰਾ ਲਿਆ ਜਾਂ ਕੁਝ ਵੀ ਕਰ ਲਿਆ। ਇਦਾਂ ਦੇ ਕੰਮ ਜਿਹੜੇ ਆ ਦੇਖੋ ਇਹ ਕਰਨੇ ਤਾਂ ਸਾਨੂੰ ਪੈਣੇ ਆ, ਸਾਡੀ ਰੋਜ਼ਨਾਮਾ ਦੀ ਜ਼ਿੰਦਗੀ ਦੇ ਵਿੱਚ ਇਹ ਹੁਣ ਜੁੜੇ ਹੋਏ ਆ। ਜੇ ਮੈਂ ਕਹਾਂ ਮੈਂ ਇਹਨਾਂ ਦੇ ਵਿੱਚੋਂ ਨਿਕਲ ਕੇ ਮੈਂ ਇੱਕ ਧੰਦਾ ਕਰ ਲਵਾਂ, ਮੈਂ ਉਹ ਕਰ ਨਹੀਂ ਸਕਦਾ, ਕਿਉਂਕਿ ਇੱਕ ਤਾਂ ਮੇਰੀ ਲੇਬਰ ਉਸ ਹਿਸਾਬ ਨਾਲ ਮੇਰੇ ਨਾਲ ਬਹੁਤ ਦੇਰ ਤੋਂ ਬੰਦੇ ਬਹੁਤ ਪੁਰਾਣੇ ਜੁੜੇ ਆ। ਉਹਨਾਂ ਬੰਦਿਆਂ ਨੂੰ ਨਾ ਉਹ ਮੈਨੂੰ ਛੱਡਦੇ ਨਾ ਮੈਂ ਉਹਨਾਂ ਨੂੰ ਛੱਡ ਸਕਦਾ, ਠੀਕ ਹੈ ਨਾ। ਉਹ ਸਾਡਾ ਪ੍ਰੇਮ। ਦੂਜੀ ਗੱਲ ਐਨੀਮਲ ਦੇ ਨਾਲ ਮੇਰਾ ਵੈਸੇ ਹੀ ਪ੍ਰੇਮ ਬੜਾ ਕਿ ਮੇਰੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਰੇ ਡੈਰੀ ਫਾਰਮ ਤੇ ਕੋਈ ਵੀ ਡਾਕਟਰ ਨਹੀਂ ਆਉਂਦਾ। ਮੈਂ ਸਾਰਾ ਕੁਝ ਟੋਟਲ ਦਾ ਟੋਟਲ ਆਪੋ ਹੀ ਕਰਦਾ। ਸੀਮਨ ਵੀ ਮੇਰਾ ਆਪਣਾ, ਸਿਲੰਡਰ ਵੀ ਆਪਣਾ ਹੀ, ਮੇਰੇ ਬਿਲਕੁਲ ਵੀ ਡੈਰੀ ਫਾਰਮ ਤੇ ਕੋਈ ਨਹੀਂ ਆਉਂਦਾ। ਫਿਰ ਇਹ ਚੀਜ਼ਾਂ ਕਦੋਂ ਸਿੱਖੀਆਂ ਜਾਂ ਕਿਵੇਂ ਸਾਰੀਆਂ ਚੀਜ਼ਾਂ, ਜਿਵੇਂ ਦਵਾਈ ਹੈ ਕਿਸੇ ਜਿਵੇਂ ਲੰਪੀ ਸਕਿਨ ਆ ਗਈ, ਹਾਂਜੀ, ਤਾਂ ਫਿਰ ਉਦੋਂ ਕਿਵੇਂ ਚੀਜ਼ਾਂ ਸਭ ਸੈੱਟ ਕੀਤੀਆਂ? ਇਹ ਇਦਾਂ ਨਾ ਕਿ ਦੇਖੋ ਜਿੱਦਾਂ ਤੁਸੀਂ ਹੁਣ ਆਪਣਾ ਹੀ ਕੰਮ ਕਰਦੇ ਆ, ਸਾਨੂੰ ਨੇਚਰਲੀ ਉਹ ਕੁਐਸਚਨ ਪੁੱਟ ਕਰਨ ਨੂੰ ਆ ਜਾਂਦੇ ਆ। ਜਿੱਦਾਂ ਅਸੀਂ ਹੁਣ ਡੈਰੀ ਫਾਰਮ ਦੇ ਵਿੱਚ ਚੱਲੇ ਆ ਜਾਂ ਐਗਰੀਕਲਚਰ ਦੇ ਵਿੱਚ ਚੱਲੇ ਆ, ਸਾਨੂੰ ਨੇਚਰਲੀ ਆ ਕਿ ਸਾਡਾ ਐਕਸਪੀਰੀਅੰਸ ਹੋਈ ਜਾਂਦੇ। ਹੁਣ ਅਸੀਂ ਗੰਨੇ ਦਾ ਕੰਮ ਵੀ ਕਰਦੇ ਆ, ਗੰਨੇ ਦਾ ਵੀ ਨੇਚਰਲੀ ਆ ਕਿ ਅੱਗੇ 24 ਇੰਚ ਤੋਂ 26 ਇੰਚ ਤੇ ਕੀਤਾ, ਹੁਣ 4 ਫੁੱਟ ਤੇ ਆ ਗਏ, ਲੇਕਿਨ ਜੀਲਡ ਫੇ ਉੱਥੇ ਉਦੋਂ ਵੀ ਵਧਾਉਂਦੇ ਪਏ ਆ। ਮੰਨ ਲਓ ਕਿ ਜ਼ੋਰ ਇਸ ਗੱਲ ਦਾ ਲਾ ਰਹੇ ਆ ਕਿ ਹਾਂ ਕੁਆਲਿਟੀ ਵੀ ਬਣੇ ਪਲੱਸ ਸਾਡੀ ਜੀਲਡ ਵੀ ਰਵੇ, ਪਰ ਲੇਕਿਨ ਕੁਆਂਟੀਟੀ ਨਾਲੋਂ ਕੁਆਲਿਟੀ ਤੇ ਜ਼ੋਰ ਜਿਹੜਾ ਇਸ ਵੇਲੇ ਉਹ ਵੈਸੇ ਸਾਡਾ ਜੋ ਧਿਆਨ ਆ ਉਹ ਇੱਧਰ ਨੂੰ ਜ਼ਿਆਦਾ ਆ ਕਿ ਕੁਆਲਿਟੀ ਟੌਪ ਕਰੀਏ, ਕੁਆਂਟੀਟੀ ਨਾ ਵਧਾਈਏ, ਕੁਆਂਟੀਟੀ ਥੋੜੀ ਕੰਟਰੋਲ ਵੀ ਕਰ ਲਈਏ। ਆਲੂ ਦੇ ਵਿੱਚ ਵੀ ਇਹੀ ਕੰਮ ਕਰਦੇ ਪਏ ਆ ਵੀ ਕੁਆਂਟੀਟੀ ਜਿੱਦਾਂ ਹੁਣ ਵਧੀਆ ਵੈਰਾਈਟੀਆਂ ਆ, ਡਾਇਮੰਡ ਹੋਇਆ ਜਾਂ LR ਆ, ਇਹ ਜਿਹੜੀਆਂ ਇਹਨਾਂ ਵੈਰਾਈਟੀਆਂ ਨੂੰ ਹੁਣ ਥੋੜਾ ਉਤਸ਼ਾਹਿਤ ਕਰ ਰਹੇ ਆ। ਜਿਹੜੀਆਂ ਉੱਦਾਂ ਵੈਰਾਈਟੀਆਂ ਉਹਨਾਂ ਨਾਲ ਥੋੜਾ ਜਿਹਾ ਹੱਥ ਪਿੱਛੇ ਖਿੱਚ ਰਹੇ ਆ, ਕਿਉਂਕਿ ਦੇਖੋ ਆਪਾਂ ਕਮਾਉਣੇ ਤਾਂ ਪੈਸੇ ਹੀ ਆ, ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਨਾ ਆਪਾਂ ਕਮਾਈਏ। ਆਪਾਂ ਕਮਾਈਏ ਪੈਸੇ ਜ਼ਰੂਰ, ਪਰ ਲੇਕਿਨ ਕਮਾਈਏ ਵੀ ਮਿਹਨਤ ਦੇ, ਤਾਂ ਕਮਾਈਏ ਵੀ ਆਪਣਾ ਜਿਹੜਾ ਆਪਣਾ ਦੇਸ਼ ਆ ਜਾਂ ਆਪਣਾ ਜਿੰਨਾ ਵੀ ਆਪਣਾ ਮਤਲਬ ਪਬਲਿਕ ਆ ਉਹਨੂੰ ਸਾਰੀ ਨੂੰ ਸੇਫ ਵੀ ਰੱਖੀਏ। ਇਸ ਗੱਲ ਤੇ ਵੀ ਆ। ਆਪ ਜਿਵੇਂ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਕਿ ਕਿਸਾਨ ਆਗੂ ਹੋ, ਪੰਜਾਬ ਦੇ ਪ੍ਰਧਾਨ ਹੋ, ਤਾਂ ਫਿਰ ਕਦੇ ਕਿਸਾਨਾਂ ਨੂੰ ਵੀ ਇੱਥੇ ਲੈ ਕੇ ਆਓ ਵੀ ਆਹ ਦੇਖੋ ਜੀ ਤੁਹਾਡਾ ਪ੍ਰਧਾਨ ਆਹ ਕੰਮ ਕਰ ਰਿਹਾ, ਵੀ ਆਹ ਮਾਡਲ ਸਿੱਖੋ। ਆਮ ਤੌਰ ਤੇ ਨਹੀਂ ਇਹੀ ਕਹਿੰਦਾ ਲਾਂਭਾ ਦਿੱਤਾ ਜਾਂਦਾ ਵੀ ਸੜਕਾਂ ਰੋਕ ਲੈਂਦੇ ਆ, ਧਰਨੇ ਲਾਉਣ ਤੱਕ ਹੀ ਕਿਸਾਨ ਸੀਮਤ ਆ, ਕਿਉਂਕਿ ਉਦਾਹਰਨਾਂ ਜਿਹੜੀਆਂ ਮਰੇਲਕੋਟਲੇ ਦੀਆਂ ਦਿੱਤੀਆਂ ਜਾਂਦੀਆਂ। ਇਹ ਵੀ ਕਿਹਾ ਜਾਂਦਾ ਕਿ ਪ੍ਰਧਾਨ ਦਾ 4-4 ਕੰਮ ਹੁੰਦੇ ਆ, ਉਹਨਾਂ ਦੇ ਕੰਮ ਸੌਖੇ ਵੀ ਹੋ ਜਾਂਦੇ ਆ। ਕਦੇ ਦੇਖੋ ਗੱਲ ਇਸ ਤਰ੍ਹਾਂ ਕਿ ਪਹਿਲੀ ਤਾਂ ਗੱਲ ਇਹ ਆ ਕਿ ਮੇਰੀ ਜਥੇਬੰਦੀ ਕਾਫੀ ਦੇਰ ਤੋਂ ਚੱਲਦੀ ਆ ਰਹੀ ਆ, ਦੁਆਬੇ ਦੀ ਸਭ ਤੋਂ ਪੁਰਾਣੀ ਜਥੇਬੰਦੀ ਆ। ਇਹਦੇ ਵਿੱਚੋਂ ਹੀ ਜਥੇਬੰਦੀਆਂ ਕਾਫੀ ਨਿਕਲ ਕੇ ਵੀ ਗਈਆਂ। ਮਨਜੀਤ ਰਾਏ ਮੇਰਾ ਵੀਰ ਆ, ਬੜਾ ਮੇਰਾ ਸਤਿਕਾਰਯੋਗ ਆ, ਉਹਨਾਂ ਦੀ ਜਥੇਬੰਦੀ ਵੀ ਸਾਡੇ ਵਿੱਚੋਂ ਹੀ ਗਈ ਆ। ਜੰਗਵੀਰ ਭਾਜੀ ਆ, ਉਹ ਵੀ ਬੜੇ ਸਤਿਕਾਰਯੋਗ ਆ, ਉਹਨਾਂ ਦੀ ਵੀ ਸਾਡੇ ਪੁਰਾਣੇ ਪ੍ਰਧਾਨ ਜੀ ਸੀਗੇ ਹਰਚੰਦ, ਉਹਨਾਂ ਦੀ ਵੀ ਜਥੇਬੰਦੀ ਵਿੱਚੋਂ ਹੀ। ਚਲੋ ਇਹ ਨਿਕਲਦੇ ਰਹਿੰਦੇ ਆ, ਕੋਈ ਗੱਲ ਨਹੀਂ, ਉਹ ਨਹੀਂ ਸਾਨੂੰ ਕੋਈ ਦੁੱਖ ਨਹੀਂ। ਪਰ ਮੈਂ ਅੱਜ ਵੀ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਾਰੇ ਕਿਸਾਨ ਵੀਰਾਂ ਨੂੰ ਇਹ ਗੱਲ ਕਹੂੰਗਾ ਕਿ ਜਗ੍ਹਾ ਜਗ੍ਹਾ ਤੇ ਧਰਨੇ ਲਾਉਣ ਵਾਲਾ ਕੰਮ ਜਿਹੜਾ ਉਹ ਬੰਦ ਕਰੋ, ਉਹ ਨਹੀਂ ਚੰਗਾ। ਦੇਖੋ ਜੇ ਆਪਾਂ ਨੂੰ ਧਰਨਾ ਲਾਉਣਾ ਪਊਗਾ, ਇੱਕ ਥਾਂ ਧਰਨਾ ਲਾਵਾਂਗੇ ਵੱਡੇ ਲੈਵਲ ਦਾ, ਸਾਲ ਖੰਡ ਬਾਅਦ ਜਿਹੜੀਆਂ ਮੰਗਾਂ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਦਾ ਆਪਾਂ ਹੱਲ ਕਰਾ ਲਈਏ। ਜਿਹੜਾ ਜਗ੍ਹਾ ਜਗ੍ਹਾ ਤੇ ਧਰਨਾ ਲਾ ਕੇ ਪਬਲਿਕ ਨੂੰ ਪਰੇਸ਼ਾਨ ਕਰਨਾ ਨਾ, ਉਹ ਵਧੀਆ ਗੱਲ ਨਹੀਂ। ਉਸ ਗੱਲ ਦੇ ਨਾਲ ਮੈਂ ਬਹੁਤਾ ਸਹਿਮਤ ਨਹੀਂ। ਮੈਂ SKM ਦੇ ਵਿੱਚ ਵੀ ਪਿਛਲੀ ਵਾਰੀ ਇਹ ਗੱਲ ਰੱਖੀ ਸੀ ਵੀ ਦੇਖੋ ਵੀਰੋ ਇਹ ਨਾ ਕੰਮ ਕਰੀਏ ਆਪਾਂ, ਜਗ੍ਹਾ ਜਗ੍ਹਾ ਤੇ ਧਰਨੇ ਲਾਉਣੇ ਆਪਾਂ ਨੂੰ ਚੰਗੀ ਗੱਲ ਨਹੀਂ। ਜਿੱਥੇ ਚਲੋ ਠੀਕ ਆ ਸਾਡਾ ਜੀਰੇ ਧਰਨਾ ਲੱਗਾ ਆ, ਉਹ ਦੇਖੋ ਉਹ ਵੱਡੇ ਮੁੱਦੇ ਨਾਲ ਲੱਗਾ ਆ। ਉਹ ਪਾਣੀ ਦੇਖੋ, ਜੇ ਸਾਡਾ ਪਾਣੀ ਨਾ ਰਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਖਰਾਬ ਕਰ ਲਿਆ ਨਾ, ਇਹਦੇ ਸੰਬੰਧ 'ਚ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ 10 ਸਾਲ ਹੋ ਗਏ ਅੱਗ ਦਾ ਰੌਲਾ ਪੈਂਦੇ ਨੂੰ ਹੋ ਗਏ। ਮੈਂ 2 ਵਾਰ 26 ਜਨਵਰੀ ਤੇ ਅਵਾਰਡ ਵੀ ਲੈ ਚੁੱਕਾ। ਮੈਨੂੰ 10 ਸਾਲ ਹੋ ਗਏ ਖੇਤਾਂ 'ਚ ਅੱਗ ਲਾਈ, ਮੈਂ ਨਹੀਂ ਲਾਉਂਦਾ। ਦੇਖੋ ਮੇਰੇ ਕੋਲ ਮਲਚਰ ਪਲਾਓ ਸਭ ਕੁਝ ਹੈਗੇ ਆ, ਪਰ ਇਸ ਵਾਰ ਮਸ਼ੀਨਾਂ ਆ ਗਈਆਂ, ਚਲੋ ਮੈਂ ਗੱਠਾਂ ਬਣਾਉਣ ਲੱਗ ਪਿਆ, ਨਹੀਂ ਤਾਂ ਮੈਂ ਟੋਟਲ ਮਲਚਰ ਕਰਕੇ ਪਰਾਲੀ ਸਾਰੀ ਦੱਬ ਦੇਣਾ। ਪਰ ਆਮ ਜਿਹੜਾ ਛੋਟਾ ਕਿਸਾਨ ਉਹਦੇ ਲਈ ਕਿੰਨਾ ਔਖਾ ਰਹਿ ਜਾਂਦਾ, ਕਿਉਂਕਿ ਤੁਹਾਡੇ ਕੋਲ ਤਾਂ ਵੱਡੇ ਟਰੈਕਟਰ ਵੀ ਖੜੇ ਹੈਗੇ ਆ, ਤੁਸੀਂ ਮਲਚਰ ਵੀ ਚਲਾ ਸਕਦੇ ਹੋ, ਹੈਪੀਸੀਟਰ ਵੀ ਹੈਗਾ। ਆਮ ਕਿਸਾਨ ਦੇ ਲਈ ਕਿੰਨਾ ਔਖਾ ਹੈ? ਦੇਖੋ ਆਮ ਕਿਸਾਨ ਲਈ ਔਖਾ ਤਾਂ ਹੈਗਾ ਬਹੁਤ ਭਾਜੀ। ਦੇਖੋ ਸਰਕਾਰਾਂ ਨੂੰ ਇਸ ਗੱਲ ਦੀ, ਜਿਹੜਾ ਛੋਟਾ ਫਾਰਮਰ ਹੈ ਨਾ 5 ਏਕੜ ਤੱਕ ਦਾ, ਉਹਦਾ ਜਿਹੜਾ ਸਿਸਟਮ ਆ ਸਰਕਾਰਾਂ ਨੂੰ ਚਾਹੇ ਤਾਂ ਕੋਆਪਰੇਟਿਵ ਦੇ ਵਿੱਚ, ਦੇਖੋ ਸੁਸਾਇਟੀਆਂ ਦੇ ਵਿੱਚ ਟਰੈਕਟਰ ਵੱਡੇ ਆਏ ਆ, ਉਹਨਾਂ ਦੇ ਵਿੱਚ ਬੇਲਰ ਲਵਾ ਕੇ ਉਹਨਾਂ ਦੀ ਪਰਾਲੀ ਇਕੱਠੀ ਕਰਕੇ ਕੋਆਪਰੇਟਿਵ ਇਕੱਠੀ ਕਰ ਲਵੇ ਪਰਾਲੀ, ਇੱਕ ਜਗ੍ਹਾ 1 ਏਕੜ ਲੈ ਕੇ ਜਾਂ 2 ਏਕੜ ਲੈ ਕੇ, ਉਹ ਸਰਕਾਰ ਆਪਣੇ ਤੌਰ ਤੇ ਉਸ ਪਰਾਲੀ ਨੂੰ ਇਕੱਠੀ ਕਰਕੇ ਸੇਲ ਕਰੇ ਤਾਂ ਉਹ ਜ਼ਿਆਦਾ ਵਧੀਆ ਆ। ਦੇਖੋ ਅਸੀਂ ਛੋਟਾ ਫਾਰਮਰ ਬਚਾਉਣਾ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਸਾਡਾ ਛੋਟਾ ਫਾਰਮਰ ਨਾ ਰਿਹਾ ਤੇ ਵੱਡਾ ਫਾਰਮਰ ਦਾ ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿੱਧਰ ਨੂੰ ਤੁਰ ਪੈਣਾ, ਕਿਹੜੇ ਵੇਲੇ ਕੰਮ ਛੱਡ ਕੇ ਕਹੂਗਾ ਮੈਂ ਤਾਂ ਚੱਲਿਆ ਬਾਹਰ ਨੂੰ, ਫੌਰਨ ਨੂੰ ਚੱਲਿਆ। ਦੁਆਬਾ ਤਾਂ ਵੈਸੇ ਹੀ ਤੁਹਾਨੂੰ ਪਤਾ ਵੀ ਫੌਰਨ ਨੂੰ ਸਭ ਤੋਂ ਜ਼ਿਆਦਾ ਆ। ਤੇ ਇਸ ਕਰਕੇ ਆ ਮਤਲਬ ਕਿ ਉਹ ਚੀਜ਼ ਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ ਛੋਟਾ ਫਾਰਮਰ 2-2 ਖੇਤ ਵਾਲਾ, 4-4 5-5 ਖੇਤ ਵਾਲੇ ਫਾਰਮਰ ਹੈ ਨਾ, ਉਹਨਾਂ ਵੱਲ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ। ਔਰ ਸੁਸਾਇਟੀਆਂ ਦੇ ਵਿੱਚ ਵੀ ਜਿਹੜਾ ਉਹ ਕਰਨਾ ਵੀ ਹੈਗਾ ਨਾ, ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਆ ਉਹ ਕੰਮ ਕਰਨਾ ਚਾਹੀਦਾ ਕਿ ਪਰਾਲੀ ਸਾਰੀ ਇਕੱਠੀ ਕਰਕੇ ਚੁੱਕ ਕੇ ਦੇ ਦੇਣ। ਹਾਂ ਠੀਕ ਆ, ਕਿਸਾਨ ਤੋਂ 500 ਰੁਪਈਆ ਖੇਤ ਦਾ ਲੈ ਲੈਣ, ਕੋਈ ਗੱਲ ਨਹੀਂ,
ਚਲੋ ਜਿੰਨੇ ਕੁ ਦਾ ਤੇਲ ਲੱਗਣਾ ਉਨੇ ਕੁ ਲੈ ਲੈਣਾ, ਅਸੀਂ ਵੀ ਉਸ ਗੱਲ ਨਾਲ ਐਗਰੀ ਵੀ ਹੋਵਾਂਗੇ ਨਾ। ਪਰ ਲੇਕਿਨ ਜੇ ਉਹਨਾਂ ਦੇ ਉਹ ਕਹਿਣ ਵੀ ਇਸ ਫਾਰਮਰ ਤੇ ਆਪਾਂ ਵੀ 5000 ਰੁਪਈਆ ਜਾਂ 7000 ਫਾਰਮਰ ਲਾ ਕੇ ਪਰਾਲੀ ਕੱਢੇ, ਤੇ ਉਹਦੇ ਵਾਸਤੇ ਉਹ ਬਹੁਤ ਔਖਾ ਟਾਈਮ ਆ। ਦੇਖੋ 5 ਏਕੜ ਵਾਲੇ ਫਾਰਮਰ ਨੇ 1.5 ਲੱਖ ਰੁਪਈਆ 2 ਲੱਖ ਰੁਪਏ ਦਾ ਝੋਨੇ ਦਾ ਵੱਟਣਾ, ਔਰ ਵਿਚਾਰੇ ਨੇ 6 ਮਹੀਨੇ ਉੱਤੇ ਖਰਚਾ ਕਰਨਾ। ਮਤਲਬ ਉਹਦੇ ਬੱਚਿਆਂ ਦੀਆਂ ਫੀਸਾਂ ਵੀ ਜਾਣੀਆਂ, ਉਹਦੇ ਬੱਚੇ ਪੜ੍ਹਦੇ ਹੋਣਗੇ, ਉਹਦੇ ਘਰ ਦੇ ਬਿਜਲੀ ਦੇ ਬਿੱਲ ਵੀ ਜਾਣੇ ਆ, ਉਹਦਾ ਸੌਦਾ ਵੀ ਆਉਣਾ, ਉਹਨੇ ਵਿਚਾਰੇ ਨੂੰ ਆਪਣੇ ਕੱਪੜੇ ਲੀੜੇ ਵੀ ਦੇਖਣੇ ਆ, ਕੋਈ ਵਿਆਹ ਸ਼ਾਦੀ ਵੀ ਹੁੰਦਾ ਉਹ ਵੀ ਦੇਖਣਾ ਨਾ। ਇਸ ਕਰਕੇ ਸਰਕਾਰ ਨੂੰ ਇਹ ਜਿਹੜਾ ਚੀਜ਼ ਆ ਅਸੀਂ ਨਹੀਂ ਚਾਹੁੰਦੇ। ਅਸੀਂ ਦੇਖੋ ਜਥੇਬੰਦੀਆਂ ਨੇ ਐਤਕੀ ਇਸ ਗੱਲ ਤੇ ਬਿਲਕੁਲ ਸਰਕਾਰ ਤੇ ਦਬਾਅ ਨਹੀਂ ਬਣਾਇਆ ਵੀ ਅੱਗ ਲੱਗਣੀ ਚਾਹੀਦੀ। ਇਸ ਗੱਲ ਦੀ ਇੱਕ ਸਾਡੀ ਜਥੇਬੰਦੀਆਂ ਸਾਰੀਆਂ ਦੀ ਨਾ ਪੋਜ਼ਿਟਿਵ ਰਿਪੋਰਟ ਆਈ ਆ ਕਿ ਅਸੀਂ ਵਾਤਾਵਰਨ ਦਾ ਪ੍ਰੇਮ ਕਰਨਾ, ਅਸੀਂ ਨਹੀਂ ਉਜਾੜਨਾ। ਠੀਕ ਹੈ, ਪਿਛਲੇ ਸਾਲ ਅਸੀਂ ਅੱਗ ਲਵਾਈ ਸੀ, ਪਰ ਐਤਕੀ ਅਸੀਂ ਵੀ ਅੱਗ ਨਹੀਂ ਲਵਾ ਰਹੇ। ਵੀ ਅਸੀਂ ਇਹੀ ਗੱਲ ਸਾਰੇ ਵੀਰਾਂ ਨੂੰ ਕਹਿ ਰਹੇ ਵੀ ਅੱਗ ਨਾ ਲਾਓ। ਤੇ ਦੇਖੋ ਦੂਜੀ ਗੱਲ ਇਹ ਆ ਕਿ ਜੇ ਆਪਾਂ ਅੱਗ ਲਾਉਣ ਵਾਲੇ ਪਾਸੇ ਨੂੰ ਵੀ ਚੱਲਦੇ ਆ, ਦੇਖੋ ਪਿਛਲੇ ਸਾਲ ਗੁਰਦਾਸਪੁਰ ਦੇ ਵਿੱਚ 2-3 ਇਹੋ ਜਿਹੇ ਐਕਸੀਡੈਂਟ ਹੋਏ ਸੀ ਕਿ ਜਿਹੜੇ ਦਿਲ ਦਹਿਲਾ ਦੇਣ ਵਾਲੇ ਸੀ। ਸਾਡੀਆਂ ਬੱਸ ਪਲਟ ਗਈ, ਬੱਚੀਆਂ ਦਾ ਵੀ ਹੋਇਆ, ਜਿਹਦੇ ਵਿੱਚ ਸਾਡੇ ਬੜਾ ਦਿਲ ਨੂੰ ਡੂੰਘਾ ਸਦਮਾ ਲੱਗਿਆ ਵੀ ਨਹੀਂ, ਇਹ ਕੰਮ ਨਹੀਂ ਹੋਣੇ ਚਾਹੀਦੇ। ਇਸ ਕਰਕੇ ਅਸੀਂ ਐਤਕੀ ਇਹ ਡਿਸੀਜਨ ਲਿਆ ਕਿ ਵੱਧ ਤੋਂ ਵੱਧ ਜਿਹੜੀਆਂ ਮਸ਼ੀਨਾਂ ਦੇ ਥਰੂ ਚੁਕਾ ਲਓ, ਚਾਹੇ ਉਹਨੂੰ ਵਿੱਚ ਕੁਤਰ ਕੇ ਦਬਾ ਲਓ। ਤੇ ਪਰਾਲੀ ਇੱਕ ਗੱਲ ਆ ਕਿ ਵਧੀਆ ਵੀ ਆ ਜ਼ਮੀਨ। ਦੇਖੋ ਜੇ ਜ਼ਮੀਨ ਨੂੰ ਅੱਗ ਨਹੀਂ ਲਾਉਂਦੇ ਤਾਂ ਸਾਡੀ ਪੈਦਾਵਾਰ ਵੀ ਵੱਧਦੀ ਆ। ਕਦੇ ਕਹਿੰਦੇ ਜਿਵੇਂ ਐਸਕੇਐਮ ਹੁਣ ਕਹਿ ਸਕਦੇ ਪੂਰੀ ਦੁਨੀਆ ਦਾ ਇੱਕ ਬ੍ਰਾਂਡ ਬਣ ਚੁੱਕਿਆ। ਬਿਲਕੁਲ ਬਿਲਕੁਲ। ਤਾਂ ਕਦੇ ਕਹਿੰਦਾ ਉਹ ਸਿਰ ਜੋੜ ਕੇ ਬੈਠੇ ਵੀ ਜਥੇਬੰਦੀਆਂ ਵਾਲੇ ਵੀ ਕਿਸਾਨਾਂ ਲਈ ਮਾਡਲ ਲਿਆਂਦਾ ਜਾਵੇ, ਕੋਈ 2 ਕਿੱਲਿਆਂ ਦੇ ਲਈ ਅੱਡ ਮਾਡਲ ਹੋਵੇ, 5 ਕਿੱਲਿਆਂ ਦੇ ਲਈ ਹੋਰ। ਕਦੇ ਕੋਈ ਇਹ ਜਿਹੀ ਚਰਚਾ ਚੱਲੀ ਹੈ ਕਿਸਾਨ ਜਥੇਬੰਦੀਆਂ 'ਚ? ਕਿਉਂਕਿ ਕਿਤੇ ਨਾ ਕਿਤੇ ਚੀਜ਼ਾਂ ਸਰਕਾਰ ਤੇ ਸਿੱਟ ਦਿੱਤੀਆਂ ਜਾਂਦੀਆਂ। ਨਹੀਂ, ਸਰਕਾਰ ਤੇ ਨਹੀਂ ਸਿੱਟਦੇ। ਦੇਖੋ ਐਸਕੇਐਮ ਦੇ ਵਿੱਚ ਜਦੋਂ ਮੀਟਿੰਗ ਚੱਲਦੀ ਹੈ ਨਾ, ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਮੀਟਿੰਗ ਚੱਲਦੀ ਹੈ ਸਾਡੀ, ਜਦੋਂ ਵੀ ਚੱਲਦੀ ਆ। ਤਕਰੀਬਨ ਹਰ ਮੀਟਿੰਗ ਦੇ ਵਿੱਚ 10 ਦੀ ਵੀ ਹਾਜ਼ਰੀ ਹੁੰਦੀ ਆ। ਦੇਖੋ ਪਾਣੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਪਾਣੀ ਦੇਖੋ ਆਉਣ ਵਾਲੇ ਵਿਗਿਆਨੀ ਤਾਂ ਕਹਿ ਰਹੇ ਕਿ 15 ਸਾਲ ਚੱਲਣਾ, ਪਰ ਜੋ ਸਾਨੂੰ ਲੱਗਦਾ 15 ਸਾਲ ਨਹੀਂ ਨਿਕਲਣੇ, ਪਹਿਲਾਂ ਪਾਣੀ ਮੁੱਕ ਜਾਣਾ। ਅਸੀਂ ਉਸ ਚੀਜ਼ ਨੂੰ ਬਹੁਤ ਗੰਭੀਰਤਾ ਦੇ ਨਾਲ, ਸਰਕਾਰ ਨੇ ਦੇਖੋ ਕਿ ਅਸੀਂ ਮੂੰਗੀ ਦੇ ਬਾਰੇ ਕਿਹਾ ਸੀ ਕਿ ਮੂੰਗੀ ਬੀਜੋ, ਅਸੀਂ ਬੜਾ ਆਪ ਵੀ ਲੋਕਾਂ ਨੂੰ ਕਿਹਾ ਕਿ ਹਾਂ ਬੀਜੋ। ਦੇਖੋ ਡਿਵਰਸੀਫਿਕੇਸ਼ਨ ਦੇ ਨਾਂ ਤੇ ਜਿਹੜੀ ਸਰਕਾਰ ਨੇ ਕਰੋੜਾਂ ਰੁਪਈਆ ਖਰਚਿਆ ਸੀ, ਉਹਨਾਂ 'ਚ ਬਹੁਤ ਘੱਟ ਸਕਸੈਸਮੈਂਟ ਮਿਲੀ। ਸਿਰਫ 2 ਚੀਜ਼ਾਂ ਉਹਦੇ ਵਿੱਚ ਕਾਮਯਾਬ ਹੋਈਆਂ, ਇੱਕ ਕਪਾਹ ਕਾਮਯਾਬ ਹੋਈ, ਨਰਮਾ, ਤੇ ਦੂਜੇ ਪਾਸੇ ਗੰਨਾ। ਦੇਖੋ ਅਸੀਂ ਦੁਆਬੇ ਦੇ ਵਿੱਚ ਸਭ ਤੋਂ ਵੱਧ ਗੰਨੇ ਥੱਲੇ ਏਰੀਆ ਦਿੱਤਾ, ਇਸੇ ਕਰਕੇ ਕਿ ਅਸੀਂ ਪਾਣੀ ਘੱਟ ਕੱਢੀਏ, ਅਸੀਂ ਝੋਨਾ ਘੱਟ ਲਾਈਏ। ਕਿ ਗੰਨਾ ਜਿਹੜਾ ਆ, ਅਸੀਂ ਸਰਕਾਰ ਨੂੰ ਪ੍ਰਜੋਰ ਅਪੀਲ ਵੀ ਕਰਦੇ ਹਾਂ, ਤੁਹਾਡੇ ਮਾਧਿਅਮ ਰਾਹੀਂ ਵੀ ਕਰਦੇ ਹਾਂ ਕਿ ਮਿੱਲਾਂ ਬਿਲਕੁਲ ਟਾਈਮ ਨਾਲ ਚਲਾਈਆਂ ਜਾਣ, ਔਰ ਪੇਮੈਂਟ ਜਿਹੜੀ ਆ ਉਹ ਬਿਲਕੁਲ ਟਾਈਮ ਨਾਲ ਕਰਤੀ ਜਾਵੇ। ਰੇਟ ਵਧਾਤਾ, ਉਹਦੇ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ 20 ਰੁਪਏ ਕੁਇੰਟਲ ਦਾ ਤੁਸੀਂ ਰੇਟ ਵਧਾਇਆ। ਟਾਈਮ ਨਾਲ ਚਲਾਈਆਂ ਜਾਣ, ਜਿਹੜੀ ਟਾਈਮ ਨਾਲ ਫਸਲ ਚੱਕੀ ਜਾਵੇ, ਤਦ ਕਿ ਜਿਹੜੇ ਬਾਕੀ ਜ਼ਿਮੀਂਦਾਰ ਵੀ ਝੋਨੇ ਵੱਲ ਨੂੰ ਤੁਰੇ ਆ, ਉਹ ਵੀ ਇਹ ਗੱਲ ਸੋਚ ਕੇ ਬਦਲਾਅ ਵੱਲ ਨੂੰ ਤੁਰਨ ਕਿ ਦੇਖੋ ਗੰਨੇ ਦੀ ਪੇਮੈਂਟ ਵੀ ਮਿਲਦੀ ਆ, ਔਰ ਗੰਨਾ ਚੱਕਿਆ ਵੀ ਟਾਈਮ ਨਾਲ ਜਾਂਦਾ, ਔਰ ਅਸੀਂ ਵੀ ਝੋਨਾ ਨਾ ਲਈਏ, ਇਹਨੂੰ ਛੱਡ ਦਈਏ ਝੋਨੇ ਨੂੰ। ਕਿਉਂਕਿ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨਰਮਾ ਕਪਾਹ ਸੀਗਾ, ਤਾਂ ਉਹ ਬਦਲ ਕੇ ਝੋਨਾ ਹੋ ਗਿਆ ਨਾ। ਉਹ ਗੱਲ ਮਾੜੀ ਹੋਈ। ਉਹ ਸਰਕਾਰ ਨੂੰ ਉਹ ਜਿਹੜੇ ਮਤਲਬ ਕਿ ਉੱਥੇ ਇੰਨੀਆਂ ਸੀਡ ਮਾੜੇ ਆਏ ਜਾਂ ਦਵਾਈਆਂ ਮਾੜੀਆਂ ਆਈਆਂ, ਉਹਨਾਂ 'ਤੇ ਬਹੁਤ ਬਰੀਕੀ ਦੇ ਨਾਲ ਜਾਂਚ ਕਰਨੀ ਚਾਹੀਦੀ ਆ। ਜਿਨ੍ਹਾਂ ਅਧਿਕਾਰੀਆਂ ਨੇ ਆਉਂਦੀਆਂ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਔਰ ਲੋਕਾਂ ਨੂੰ ਦੁਬਾਰਾ ਨਰਮੇ ਵੱਲ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਚਾਹੇ ਸਰਕਾਰ ਆਪਣੇ ਕੋਲੋਂ ਕਿਸੇ ਵੀ ਤਰੀਕੇ ਸਬਸਿਡੀ ਦੇ ਕੇ ਕਰੇ, ਚਾਹੇ ਕਿਸੇ ਵੀ ਤਰ੍ਹਾਂ ਕਰੇ, ਉਤਸ਼ਾਹਿਤ ਕਰੇ। ਦੇਖੋ ਝੋਨੇ ਥੱਲੇ ਏਰੀਆ ਕੱਢਣ ਦੀ ਅਹਿਮ ਲੋੜ ਹੈ ਇਸ ਵੇਲੇ, ਝੋਨੇ ਥੱਲੇ ਏਰੀਆ ਨਹੀਂ ਚਾਹੀਦਾ। ਬਾਕੀ ਇਹ ਆ ਕਿ ਦੇਖੋ ਪਾਣੀ ਇਕੱਲਾ ਫਾਰਮਰ ਨਹੀਂ, ਪਾਣੀ ਹੋਰ ਵੀ ਸਿਸਟਮ ਦੇ ਨਾਲ ਜਿਹੜਾ ਬਹੁਤ ਆਈ ਆ। ਹੁਣ ਆਪਾਂ ਇੱਕ ਛੋਟੇ ਜਿਹੇ ਲੈਵਲ ਤੇ ਲਾ ਲੈਂਦੇ, ਪਿੰਡਾਂ ਦੇ ਵਿੱਚ ਆਮ ਤੌਰ ਤੇ ਕੀ ਆ, ਸ਼ਹਿਰਾਂ ਦੇ ਵਿੱਚ ਵੀ ਆ ਕਿ ਟੈਂਕੀਆਂ ਬਣੀਆਂ ਆ, ਟੂਟੀਆਂ ਸਾਰੀਆਂ ਖੁੱਲੀਆਂ ਚੱਲੀ ਜਾਂਦੀਆਂ, ਛੱਪੜ ਪਾਣੀਆਂ ਦੇ ਪਾਣੀ ਭਰੀ ਜਾਂਦੇ ਆ। ਦੇਖੋ ਸੀਵਰੇਜ ਬਣ ਗਏ, ਉਹ ਸੀਵਰੇਜ ਬਣ ਗਿਆ ਨਾ। ਉਹ ਚੀਜ਼ ਤੇ ਵੀ ਸਾਨੂੰ ਕਿਤੇ ਨਾ ਕਿਤੇ ਮਤਲਬ ਕਿ ਕਵਰ ਕਰਨਾ ਚਾਹੀਦਾ। ਪਲੱਸ ਹੁਣ ਤੁਸੀਂ ਇੱਕ ਦੇਖ ਲਓ ਕਿ ਆਪਾਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਜੇ ਚੱਲਦੇ ਆ, ਤੇ ਆਪਾਂ ਮਤਲਬ ਕਿ ਬਾਥਰੂਮ ਪਖਨੇ ਤਾਂ ਜਗ੍ਹਾ ਜਗ੍ਹਾ ਤੇ ਬਣਾ ਲਏ, ਪਰ ਇਹ ਸੋਚੋ ਕਿ ਇੱਕ ਵਾਰੀ ਬੰਦਾ ਬਾਥਰੂਮ ਜਾ ਕੇ ਆਉਂਦਾ, ਬਟਨ ਦਬਦਾ ਤੇ 7-8 ਲੀਟਰ ਪਾਣੀ ਡੁੱਲ ਜਾਂਦਾ। ਆਪਾਂ ਉਸ ਚੀਜ਼ ਨੂੰ ਵੀ ਕੋਈ ਸਰਕਾਰਾਂ ਨੂੰ ਉੱਤੇ ਵੀ ਕੋਈ ਬਦਲਾਅ ਲਿਆਉਣਾ ਚਾਹੀਦਾ, ਜਿੱਦਾਂ ਵਾਹ ਰਿਹਾ ਕਿ ਏਅਰ ਦੇ ਨਾਲ ਵਾਸ਼ ਹੁੰਦਾ ਸਾਰਾ ਕੁਝ, ਇੱਦਾਂ ਦੀਆਂ ਚੀਜ਼ਾਂ ਵੀ ਲਿਆਉਣੀਆਂ ਚਾਹੀਦੀਆਂ। ਉਹ ਵੀ ਪਾਣੀ ਆਪਾਂ ਨੂੰ ਬਚਾਉਣਾ ਚਾਹੀਦਾ। ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਗੱਡੀ ਧੋਣ ਤੱਕ ਬੈਨ ਲੱਗ ਜਾਂਦਾ, ਠੀਕ ਹੈ। ਆਪਾਂ ਨੂੰ ਇਹ ਨਹੀਂ ਗੱਲ ਕਿ ਇਕੱਲਾ ਕਿਸਾਨ ਨਹੀਂ ਇਸ ਗੱਲ ਦਾ ਵਿੱਚ, ਇਹ ਹਰ ਇੱਕ ਬੰਦੇ ਨੂੰ ਇਸ ਗੱਲ ਲਈ ਆਉਣਾ ਚਾਹੀਦਾ। ਦੂਜੀ ਗੱਲ ਆ ਕਿ ਜਿਹੜੀਆਂ ਫੈਕਟਰੀਆਂ ਡਾਇਰੈਕਟਲੀ ਪਾਣੀ ਥੱਲੇ ਭੇਜ ਰਹੀਆਂ, ਕਿਉਂਕਿ ਇੱਥੇ ਸਾਡੇ ਲਾਗੇ ਇੱਕ ਕਿੰਗਰੇ ਦੇ ਵਿੱਚ ਫੈਕਟਰੀ ਲੱਗੀ ਹੋਈ ਆ, ਲੋਹੇ ਦੀ ਕਾਫੀ ਵੱਡੀ ਫੈਕਟਰੀ ਆ। ਮੇਰੇ ਕੋਲ ਇੱਥੇ 3-4 ਵਾਰੀ ਬੰਦੇ ਆ ਚੁੱਕੇ ਆ ਕਿ ਉਹਨਾਂ ਨੇ 5-6 ਵੱਡੇ ਬੋਰ ਕਰੇ ਹੋਏ ਡਾਇਰੈਕਟਲੀ ਪਾਣੀ ਵਿੱਚ ਸੁੱਟ ਰਹੇ ਆ, ਉਹ ਸਭ ਤੋਂ ਘਾਤਕ ਹੈ, ਜਿਹੜਾ ਕਿ ਬਹੁਤ ਵੱਡਾ ਘਾਤਕ ਆ। ਔਰ ਉਹ ਨਗਰ ਬੜਾ ਹੁਣ ਪਰੇਸ਼ਾਨ ਆ ਕਿ ਕੁਛ ਹੀ ਟਾਈਮ ਦੇ ਵਿੱਚ ਸਾਨੂੰ ਲੱਗਦਾ ਕਿ ਇਸ ਫੈਕਟਰੀ ਮੂਹਰੇ ਸਾਡੀ ਜਥੇਬੰਦੀ ਨੂੰ ਵੀ ਬੈਠਣਾ ਪਊਗਾ,
ਕਿ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੀ ਜਿਹੜੀ ਉਹ ਚੈਕਿੰਗ ਕੀਤੀ ਜਾਵੇ। ਇਹ ਜਿਹੜੀ KGM ਫੈਕਟਰੀ ਹੈ ਇੱਥੇ ਕਿੰਗਰੇ ਪਿੰਡ ਦੇ ਵਿੱਚ ਲੱਗੀ ਹੋਈ ਆ, ਔਰ ਉਹ ਵੱਡੇ ਲੈਵਲ ਤੇ ਜਿਹੜਾ ਪਾਣੀ ਆ ਡਾਇਰੈਕਟਲੀ ਜਿਹੜਾ ਫੈਕਟਰੀ ਦਾ ਉਹ ਥੱਲੇ ਸੁੱਟਿਆ ਜਾ ਰਿਹਾ, ਔਰ ਉਸ ਚੀਜ਼ ਨੂੰ ਜਿਹੜੀ ਆ ਉਸ ਚੀਜ਼ ਦੇ ਦੇਖੋ ਉਸ ਚੀਜ਼ ਨੂੰ ਗੌਰ ਕਰਨ ਦੀ ਲੋੜ ਆ। ਜੇ ਅਸੀਂ ਵੱਡੇ ਲੈਵਲ ਤੇ ਕੈਮੀਕਲ ਵਾਲਾ ਪਾਣੀ ਦੇ ਵਿੱਚ ਸੁੱਟਾਂਗੇ ਤੇ ਕੱਲ ਨੂੰ ਉਹ ਸਾਡੇ ਲਈ ਕੈਂਸਰ ਬਣ ਕੇ ਸਾਹਮਣੇ ਆਊਗਾ। ਅੱਜ ਆਮ ਆਪਾਂ ਕਿਤੇ ਅੱਜ ਗੱਲ ਆਪਾਂ ਨੂੰ ਇਹ ਲੱਗਦੀ ਆ ਕਿ ਉੱਥੇ ਬੋਰ ਕੀਤਾ ਪਾਣੀ ਕਾਲਾ ਆ, ਪਰ ਕੁਛ ਟਾਈਮ ਤੋਂ ਬਾਅਦ ਇਹ ਨਾਰਮਲ ਜੀਆਂ ਗੱਲਾਂ ਹੋ ਜਾਣੀਆਂ ਕਿ ਸੰਗਰੂਰ ਦੇ ਵਿੱਚ ਪਾਣੀ ਸਭ ਨੇ ਦੇਖਿਆ ਕਿਸ ਤਰ੍ਹਾਂ ਕਾਲਾ ਆ ਰਿਹਾ ਨਾ। ਜੀਰਾ ਫੈਕਟਰੀ, ਹਾਂ ਜੀਰਾ ਫੈਕਟਰੀ ਦੇ ਮੂਹਰੇ ਦੇਖੋ ਅੱਜ ਤਕਰੀਬਨ 2-2.5-3 ਮਹੀਨੇ ਤੋਂ ਧਰਨਾ ਲੱਗਿਆ ਹੋਇਆ ਸਾਡੀਆਂ ਜਥੇਬੰਦੀਆਂ ਦਾ, ਪਰ ਲੇਕਿਨ ਸਰਕਾਰ ਦੇਖੋ ਫੈਕਟਰੀ ਵਾਲੇ ਦਾ ਜਿਹੜਾ ਆ ਉਹ ਪੱਖ ਪੂਰਿਆ ਜਾ ਰਿਹਾ, ਜਥੇਬੰਦੀਆਂ ਦਾ ਨਹੀਂ ਪੂਰਿਆ ਜਾ ਰਿਹਾ। ਜਦ ਕਿ ਪਾਣੀ ਦੇਖੋ ਕੋਈ ਵੀ ਫੈਕਟਰੀ ਵਾਲਾ ਕੰਮ ਲਾਵੇ, ਅਸੀਂ ਕਹਿੰਦੇ ਫੈਕਟਰੀਆਂ ਲੱਗਣੀਆਂ ਚਾਹੀਦੀਆਂ, ਪਰ ਲੇਕਿਨ ਜਿਹੜਾ ਗੰਦਾ ਪਾਣੀ ਆ ਉਹਨੂੰ ਟ੍ਰੀਟਡ ਕਰਕੇ ਉਹਨੂੰ ਕਿਸੇ ਵੀ ਤਰ੍ਹਾਂ ਜਾਂ ਸਿੰਚਾਈ ਲਈ ਵਰਤਾ ਦੇਣ, ਜਾਂ ਜੇ ਉਹਨੂੰ ਕਿਸੇ ਵੀ ਤਰੀਕੇ ਨਾਲ ਥੱਲੇ ਪਾਉਣਾ ਤਾਂ ਉਹ ਸਰਕਾਰ ਦੀਆਂ ਹਦਾਇਤਾਂ ਦੇ ਮੁਤਲਕ ਜਿਹੜਾ ਆ ਉਹ ਥੱਲੇ ਪਾਇਆ ਜਾਵੇ, ਨਾ ਕਿ ਸਿੱਧਾ ਹੀ 300 ਫੁੱਟ ਬੋਰ ਕੀਤਾ ਆਪਾਂ ਵੱਡਾ ਉਹਦੇ ਵਿੱਚ ਇਨਡਾਇਰੈਕਟਲੀ ਪਾਣੀ ਛੱਡ ਦਈਏ ਕਿ ਦੇਖੋ 300 ਫੁੱਟ ਤੋਂ ਆਪਾਂ ਆਮ ਹੀ ਪਾਣੀ ਲੈ ਕੇ ਪੀ ਰਹੇ ਹਾਂ, ਉਹ ਸਾਰਾ ਹੀ ਪਾਣੀ ਜਿਹੜਾ ਉਹ ਜ਼ਹਿਰ ਵਾਲਾ ਹੋ ਗਿਆ ਤੇ ਉਹ ਕੱਲ ਨੂੰ ਸਾਡੇ ਅੰਦਰ ਸਿੱਧਾ ਡਾਇਰੈਕਟਲੀ ਜਾਊਗਾ ਔਰ ਸਾਨੂੰ ਤਾਂ ਮਾਰੂਗਾ ਹੀ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਖਤਮ ਕਰੂਗਾ। ਦੇਖੋ ਇਸ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਬਹੁਤ ਅਹਿਮ ਲੋੜ ਹੈ। ਤਾਂ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਕਿਸਾਨ ਬਲਵਿੰਦਰ ਸਿੰਘ ਮੱਲੀ ਨੰਗਲ, ਜਿਨ੍ਹਾਂ ਦੀ ਸਫਲਤਾ ਤੁਸੀਂ ਦੇਖੀ। ਇੱਕ ਪਾਸੇ ਉਹ ਡੈਰੀ ਫਾਰਮਿੰਗ ਦਾ ਧੰਦਾ ਚਲਾ ਰਹੇ ਨੇ, ਤਾਂ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ ਜਿਹੜੇ ਨਿੱਤ ਦੇ ਖਰਚੇ ਨੇ ਉਹ ਕੰਟਰੋਲ ਹੁੰਦੇ ਨੇ। ਇਸ ਤੋਂ ਇਲਾਵਾ ਨਾਲ ਉਹ ਆਲੂਆਂ ਦਾ ਕੰਮ ਕਰਦੇ ਨੇ, ਆਲੂ ਦੇ ਜਿਹੜੇ ਬੀਜ ਨੇ ਉਹ ਸੇਲ ਕਰਦੇ ਨੇ। ਇਸ ਤੋਂ ਇਲਾਵਾ ਗੰਨੇ ਦਾ ਵੀ ਕੰਮ ਹੈਗਾ। ਖਾਸ ਗੱਲ ਜਿਹੜੀ ਉਹਨਾਂ ਨੇ ਕਹੀ ਆ ਕਿ ਪੰਜਾਬ ਜਿਹੜਾ ਉਸ ਨੂੰ ਝੋਨੇ ਦੇ ਹੇਠ ਤੋਂ ਕੱਢਣ ਦੀ ਜ਼ਰੂਰਤ ਆ, ਕਿਉਂਕਿ ਜੇਕਰ ਝੋਨਾ ਘਟ ਗਿਆ ਤਾਂ ਪਾਣੀ ਦੀ ਲਾਗਤ ਉਹ ਘਟ ਜਾਣੀ ਆ। ਇਸ ਤੋਂ ਇਲਾਵਾ ਇਹ ਵੀ ਵੇਖਣਾ ਪੈਣਾ ਕਿ ਜਿੱਥੇ ਆਸ-ਪਾਸ ਫੈਕਟਰੀਆਂ ਲੱਗੀਆਂ ਹੋਈਆਂ ਨੇ ਉੱਥੇ ਸਰਕਾਰਾਂ ਨੂੰ ਵੀ ਜਿਹੜੀ ਪੈਣੀ ਨਜ਼ਰ ਰੱਖਣੀ ਪੈਣੀ ਹੈ ਕਿ ਉਹਨਾਂ ਦੁਆਰਾ ਜਿਹੜਾ ਪਾਣੀ ਆ, ਵੇਸਟੇਜ ਪਾਣੀ, ਉਹ ਕਿੱਥੇ ਛੱਡਿਆ ਜਾ ਰਿਹਾ, ਤਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਬਚਾਈ ਜਾ ਸਕੇ। ਕੈਮਰਾਮੈਨ ਸਤਨਾਮ ਦੇ ਨਾਲ ਮੈਂ ਜਗਵੰਤ, ਜਗਬਾਣੀ।